मैं कोई इन्ना महापुरुष नहीं हैगा भी मैं कोलों लोगों की सेवा करा ना, ਆਪਾਂ ਕੋਈ ਦਾਨੀ ਸੱਜਣ ਆ ਜੀ। ਠੀਕ ਹੈ ਜੀ, ਜਿਹੜੇ ਕਹਿੰਦੇ ਨੇ ਵੀ ਨਵਾਂ ਬੱਚਾ ਆ ਗਿਆ ਉਹਨਾਂ ਨੂੰ ਮੈਂ ਇੱਕ ਸਵਾਲ ਕਰਨਾ ਚਾਹੁੰਦਾ, ਤੁਹਾਨੂੰ 50-50 ਸਾਲ ਹੋ ਗਏ ਕੱਪੜੇ ਦਾ ਕੰਮ ਕਰਦੇ ਨੂੰ, ਜਾਨੀ ਤੁਹਾਨੂੰ ਪਤਾ ਲੱਗਿਆ ਵੀ ਰੇਟ ਕੀ ਕਰ ਰਹੇ ਨੇ? ਤੁਸੀਂ ਨਵੀਂ ਰੀਤ ਸ਼ੁਰੂ ਕਰ ਦਿੱਤੀ ਹੈ, ਲੋਕਾਂ ਦੇ ਪੈਸੇ ਬਚ ਰਹੇ ਆ, ਤੁਸੀਂ ਦੇ ਰਹੇ ਹੋ 165 ਦਾ ਸੂਟ 180 85 200, ਕਦੇ ਇਹ ਗੱਲਾਂ ਸੁਣੀਆਂ ਨਹੀਂ ਸੀ, ਅਸੀਂ ਤਾਂ ਖੁਦ ਨਹੀਂ ਸੁਣੀਆਂ ਸੀ। 500 ਤੋਂ ਸ਼ੁਰੂ ਹੁੰਦਾ ਸੀ ਸੂਟ, ਪਰ ਤੁਸੀਂ 180 160 65 ਤੋਂ ਸ਼ੁਰੂ ਕਰਤਾ। ਸਭ ਕੁਝ ਮਿਲਦਾ ਵੀਰੇ, ਲੋਕਾਂ ਨੇ ਨਜਾਇਜ਼ ਲੁੱਟ ਵਧਾਈ ਹੋਈ ਹੈ, ਕੁਝ ਨਹੀਂ ਹੈ। ਸਭ ਤੋਂ ਬੜੀ ਗੱਲ ਜਿਹੜੇ ਲੋਕ ਕਹਿੰਦੇ ਨੇ ਸਾਡੀ ਆਪਣੀ ਮੈਨੂਫੈਕਚਰਿੰਗ ਆ, ਅਸੀਂ ਆਏ ਆ ਬੋ ਆ, ਉਦੋਂ ਬੜਾ ਝੂਠਾ ਕੋਈ ਹੈ ਨਹੀਂ ਜੀ। ਚਾਹੇ ਮੈਂ ਆ, ਅਗਰ ਬਿਨਾਂ ਦਲਾਲੀ ਤੋਂ ਮੈਂ ਕੋਈ ਕੰਮ ਨਹੀਂ ਕਰ ਸਕਦਾ। ਇਹਦਾ ਰੇਟ ਸੀਗਾ ਪਹਿਲਾਂ ਮੈਂ ਆਪ ਵੇਚਿਆ, ਇਹ 400 ਰੁਪਏ ਦਾ ਰੇਟ ਵੇਚਿਆ, ਹੁਣ 50 ਰੁਪਏ ਘੱਟ ਕੇ ਆ 350 ਰੁਪਏ ਦੂੰਗਾ ਵੀਰੇ। ਇਸ ਤਾਂ ਐਂ ਦੇਖੀਦਾ ਵੀ ਅਗਲਾ ਜਦੋਂ ਨੋਟਾਂ ਦੀ ਖੱਦੀਆਂ ਕੱਢਦਾ ਉਦੀਆਂ ਵਾਪਸ ਲੈ ਕੇ ਜਾਂਦਾ, ਉਹ ਕਹਿੰਦਾ ਵੀ ਵੀਰੇ ਤੈਂ ਬਚਾਏ ਨੇ ਨਾ, ਐਂ ਕਹਿੰਦਾ ਵੀਰੇ ਜਿਉਂਦਾ ਰਿਹਾ ਤੇ ਬਚਾਤੇ ਸਾਡੇ, ਐਂ ਕਹਿ ਕੇ ਜਾਂਦਾ, ਉਹ ਸੀਸਾਂ ਦੇ ਕੇ ਜਾਂਦਾ ਸਾਨੂੰ। ਜਦੋਂ ਅਸੀਂ ਬਾਹਰ ਲੈਂਦੇ ਹੁੰਦੇ ਸੀ ਕਿਸੇ ਵੱਡੀ ਸ਼ਾਪ 'ਚ ਪੜਦੇ ਆ, ਉਹ ਕਹਿੰਦੇ ਨੇ ਨਾ 2000 ਦਾ 2500 ਦਾ, ਇੱਥੇ ਆ ਕੇ ਦੇਖਦੇ ਹੋ 250 ਦਾ 300 ਦਾ, ਫਿਰ ਉਹਦੇ ਵਿੱਚ ਤਾਂ ਵੈਰਾਈਟੀ ਲਗਭਗ ਉਦਾਂ ਦੀ ਆ। ਹਾਂ ਸੇਮ ਟੂ ਸੇਮ ਲੱਗਦਾ ਵੀ ਲੁੱਟ ਹੋਈ ਆ ਪਹਿਲਾਂ, ਹੋਈ ਆ। ਹਾਂ ਇਹ ਗੱਲ ਸਹੀ ਆ, ਇਹ ਗੱਲ ਨੂੰ ਮੈਂ ਮੰਨਦੀ ਹਾਂ। ਤੇ ਹੁਣ ਤਾਂ ਕਾਫੀ ਸੇਲ ਵੀ ਹੋ ਗਈ, ਹੁਣ ਤਾਂ ਤੁਹਾਨੂੰ ਲੈ ਲੈਣਾ ਚਾਹੀਦਾ ਗਰਾਊਂਡ ਇੱਕ। ਵੀਰੇ ਸਾਡਾ ਮਾਰਜਨ ਘੱਟ ਆ, ਲੋਨ ਲੈ ਕੇ ਵੀ ਦੁਕਾਨ ਵੀ ਲੈ ਸਕਦੇ, ਸਭ ਕੁਝ ਕਰਨਾ ਹੁੰਦਾ ਸਾਨੂੰ, ਲੇਕਿਨ ਉਹ ਕਰਨਾ ਹੀ ਨਹੀਂ ਹੈਗਾ। ਜਿਵੇਂ ਤਾਂ ਸਾਨੂੰ ਇਹਨਾਂ ਦੀ ਐਡ ਪਤਾ ਲੱਗਿਆ ਜੀ ਕੁਛ ਰੇਟ ਕੱਪੜਾ ਸਸਤਾ ਹੈ ਵੀ, ਇਹਦੇ 'ਚ ਕੋਈ ਫਰਕ ਨਹੀਂ ਹੈ, ਕੋਈ ਦੋ ਰਾਏ ਵਾਲੀ ਗੱਲ ਨਹੀਂ ਹੈਗੀ। ਅਗਰ ਕੋਈ ਅਗਲਾ ਰੇਟ ਵੱਧ ਦੱਸਦਾ, ਅਗਲਾ ਕਹਿੰਦਾ ਉਹ ਯਾਰ ਤੂੰ ਜਾ 180 ਦਾ ਰਿਤੂ ਕੋਲ ਥੋੜੇ ਦਿੰਦੇ ਨੇ, ਹੁਣ ਦੇਣਾ ਪੈਂਦਾ। ਕੰਡੇ ਵੀ ਰਖਾਏ ਨੇ, ਲੋਕਾਂ ਨੇ ਕਿਹਾ ਵੀ ਜਦ ਕਹਿਣ ਲੱਗੇ ਨਾ ਪਹਿਲਾਂ 1200 ਦਾ ਕੰਬਲ ਅਗਲਾ ਜੋਕ ਕੇ ਦਿਖਾ, ਉਹਨਾਂ ਨੂੰ ਹੱਥਾਂ ਪੈਰਾਂ ਦੀਆਂ ਪੈ ਗਈਆਂ, ਹੁਣ ਕੰਡਾ ਕਿੱਥੋਂ ਲੈ ਕੇ ਆਈਏ? ਰਿਤੂ ਗਲਾਤ ਹੋਣੀ ਨਵੀਂ ਵਿਪਤਾ ਪਾਤੀ। ਮੈਂ ਕੱਲ ਦਾ ਜਵਾਕ ਆ ਜੀ, ਸਾਲ ਹੋਇਆ ਮੈਨੂੰ ਹਜੇ ਕੰਮ ਕਰਦੇ ਨੂੰ। ਜੇ ਮੈਂ ਸਸਤਾ ਲੈ ਸਕਦਾ, ਜਿਹੜੇ 50-50 ਸਾਲ ਤੋਂ ਬੈਠੇ ਨੇ, ਉਹਨਾਂ ਨੇ ਦਾਦਿਆਂ ਨੇ ਵੀ ਕੰਮ ਕੀਤਾ, ਉਹਨਾਂ ਦੇ ਫਾਦਰ ਸਾਹਿਬ ਨੇ ਵੀ ਕੀਤਾ, ਉਹ ਆਪ ਵੀ ਕਰ ਰਹੇ ਨੇ, ਉਹਨਾਂ ਨੂੰ ਤਾਂ ਮੇਰੇ ਤੋਂ ਵੀ ਸਸਤਾ ਮਿਲਦਾ ਹੋਊਗਾ। ਮੈਨੂੰ ਤਾਂ ਨੌਲੇਜ ਹੈ ਨਹੀਂ ਜੀ, ਮੈਂ ਤਾਂ ਜ਼ੀਰੋ ਇਸ ਚੀਜ਼ 'ਚ। ਸਭ ਤੋਂ ਬੜੀ ਗੱਲ ਨਾ, ਗਰੀਬ ਪਰਿਵਾਰ ਦੇ ਬੰਦੇ ਨੂੰ ਜਿਹਨੂੰ 150 ਰੁਪਏ ਦਾ ਕੁੜਤਾ ਪਜਾਮਾ ਮਿਲਦਾ, 180 ਦਾ ਸੂਟ ਮਿਲਦਾ, 250 ਦਾ ਸੂਟ ਮਿਲਦਾ, 300 ਦਾ ਮਿਲਦਾ, ਉਹ ਬੀਬੀਆਂ ਅਸੀਸਾਂ ਦੇ ਕੇ ਜਾਂਦੀਆਂ ਵੀ ਪੁੱਤਰਾ ਜਿਉਂਦਾ ਰਹਿ, ਉਦੋਂ ਮਨ ਖੁਸ਼ ਹੁੰਦਾ, ਉਦੋਂ ਉਹ ਅਸਲੀ ਕਮਾਈ ਆ ਸਾਡੀ। ਇਹ ਤਾਂ ਵੀਰੇ ਦੁਨੀਆਦਾਰੀ ਚੱਲਦੀ ਰਹਿਣੀ ਆ ਜੀ। ਤੁਸੀਂ ਮੇਰੇ ਕੋਲ ਪਹਿਲੇ ਦਿਨ ਆਏ ਸੀ, ਮੈਂ ਤੁਹਾਨੂੰ ਇੱਕ ਬਹੁਤ ਬੜੀ ਗੱਲ ਕਹੀ ਸੀ, ਮੈਂ ਓਲਾ ਖਤਮ ਕਰਨਾ। ਲੋਕ ਕਹਿੰਦੇ ਸੀ ਹਾਂਜੀ 7 ਕਿਲੋ ਦਾ ਕੰਬਲ ਆ ਜੀ 1700 ਰੁਪਏ ਲੱਗ ਜੂ, 1500 ਰੁਪਏ ਦੇ ਕੇ ਨਿਕਲ ਜਾਂਦਾ ਸੀ। ਬਿਨਾਂ ਨੌਲੇਜ ਤੋਂ ਤੁਸੀਂ ਕੀ ਕਰ ਲਓਗੇ? ਹੁਣ ਰਸੋਈ ਦੇ ਵਿੱਚ ਤੁਸੀਂ ਕੋਈ ਚੀਜ਼ ਸਮਾਨ ਬਣਾਉਣ ਲੱਗ ਗਏ, ਤੁਹਾਨੂੰ ਪਤਾ ਹੀ ਨਹੀਂ ਨੂਣ ਆ ਕਿ ਚੀਨੀ ਆ, ਤੁਸੀਂ ਵਿੱਚ ਪਾ ਦੋ ਮਿਕਸ ਹੋ ਜਾਣਾ ਕੰਮ। ਉਹ ਤਾਂ ਨਾ ਸਵਾਦ, ਖਾਣਾ ਨਹੀਂ ਸਵਾਦ ਹੋਣਾ, ਨਾ ਤੁਹਾਨੂੰ ਬਚੇ ਹੀ ਕੁਛ ਨਾ। ਤੁਸੀਂ ਪਹਿਲਾਂ ਮੇਰੇ ਖਿਆਲ ਨਾਲ ਮੈਂ ਤਾਂ ਮੇਰੀ ਉਮਰ ਸਾਰੀ 27 ਸਾਲ ਆ, ਮੈਨੂੰ ਇੰਨੀ ਨੌਲੇਜ ਹੈ ਨਹੀਂ। ਮੈਂ ਆਪ ਖੁਦ ਕਹਿਣਾ ਮੈਨੂੰ ਇੰਨੀ ਕੱਪੜੇ ਦੀ ਨੌਲੇਜ ਹੈ ਨਹੀਂ, ਬਜਾਜੀ ਆ, ਇਹ ਬੇਅੰਦਾਜ਼ੀ ਹੁੰਦੀ ਆ। ਮੈਂ ਬਾਰ-ਬਾਰ ਕਹਿੰਦਾ ਨਾ, ਲੁੱਟ ਤੋਂ ਬਚੋ, ਸ਼ੈਲਲ ਹੋਣ ਤੋਂ ਬਚੋ। ਜਿਹੜੇ ਚੰਗੇ ਦੁਕਾਨਦਾਰ ਹੈਗੇ ਆ, ਤੁਹਾਡਾ ਫਾਇਦਾ ਕਰਦੇ ਆ, ਉਹਨਾਂ ਕੋਲ ਆ ਕੇ ਤੁਸੀਂ ਸ਼ਾਪਿੰਗ ਕਰੋ। ਸਾਂ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਆ ਹਰਦੀਪ ਸਿੰਘ ਤੱਗੜ। ਅੱਜ ਅਸੀਂ ਜਾ ਰਹੇ ਹਾਂ ਮਾਲਵੇ ਦੇ ਸ਼ਹਿਰ ਸਮਰਾਲਾ ਦੇ ਵਿੱਚ, ਕਿਉਂਕਿ ਕੁਝ ਦਿਨ ਪਹਿਲਾਂ ਅਸੀਂ ਉੱਥੇ ਜਾ ਕੇ ਇੱਕ ਵੀਡੀਓ ਪਾਈ ਸੀ, ਜਿਸ ਵਿੱਚ ਰਿਤੂ ਕਲੌਥ ਹਾਊਸ ਦੇ ਓਨਰ ਨੇ ਕਿਹਾ ਸੀ ਕਿ ਉਹ 75 ਰੁਪਏ ਦੇ ਵਿੱਚ ਕੰਬਲ, 99 ਰੁਪਏ ਦੇ ਵਿੱਚ ਪੈਂਟ ਸ਼ਰਟ, 150 ਰੁਪਏ ਦੇ ਵਿੱਚ ਕੁੜਤਾ ਪਜਾਮਾ, 180 ਰੁਪਏ ਦੇ ਵਿੱਚ ਸੂਟ, 450 ਦਾ ਕੋਟ ਪੈਂਟ ਦੇਣ ਦਾ ਐਲਾਨ ਕੀਤਾ ਸੀ। ਉਸ ਤੋਂ ਬਾਅਦ ਬਹੁਤ ਹੀ ਸਾਰੇ ਪੰਜਾਬ ਦੇ ਕੋਨੇ-ਕੋਨੇ ਤੋਂ ਲੋਕਾਂ ਨੇ ਉੱਥੇ ਜਾ ਕੇ ਫਾਇਦਾ ਲਿਆ। ਲੋਕ ਕਾਫੀ ਖੁਸ਼ ਹਨ, ਲੋਕ ਕਹਿ ਰਹੇ ਆ ਕਿ ਸਾਡਾ ਫਾਇਦਾ ਹੋ ਰਿਹਾ ਹੈ। ਉਹ ਇਸ ਤੋਂ ਪਹਿਲਾਂ ਕਾਫੀ ਆਪਣੀ ਲੱਖਾਂ ਰੁਪਏ ਦੀ ਲੁੱਟ ਕਰਵਾ ਚੁੱਕੇ ਆ। ਸੋ ਉਸ ਤੋਂ ਬਾਅਦ ਜਦੋਂ ਅਸੀਂ ਫੀਡਬੈਕ ਵੀ ਲਈ ਤੇ ਲੋਕ ਕਾਫੀ ਖੁਸ਼ ਆ, ਤੇ ਲੋਕਾਂ ਦਾ ਕਹਿਣਾ ਵੀ ਇੱਕ ਵਾਰੀ ਫੇਰ ਉੱਥੇ ਜਾਓ, ਸਾਨੂੰ ਉੱਥੇ ਦੀ ਦਿਖਾਓ ਵੈਰਾਈਟੀ, ਕੀ ਉੱਥੇ ਨਵੀਆਂ ਆਈਟਮਾਂ ਆਈਆਂ, ਇੱਕ ਵਾਰੀ ਫੇਰ ਜਾ ਕੇ ਉਹਨਾਂ ਨਾਲ ਗੱਲਬਾਤ ਕਰੋ, ਕੋਈ ਸਾਡੀ ਨਵੀਂ ਇਨਫੋਰਮੇਸ਼ਨ ਜਿਹੜੀ ਕਿ ਸਾਡੇ ਨਾਲ ਸਾਂਝੀ ਕੀਤੀ ਜਾਵੇ। ਲੋਕਾਂ ਦੀ ਵੱਡੀ ਡਿਮਾਂਡ ਤੇ ਹੁਣ ਅਸੀਂ ਇੱਕ ਵਾਰੀ ਫੇਰ ਜਾ ਰਹੇ ਹਾਂ ਮਾਲਵੇ ਦੇ ਸ਼ਹਿਰ ਸਮਰਾਲੇ ਦੇ ਵਿੱਚ, ਜਿਹੜਾ ਕਿ ਰਿਤੂ ਕਲੌਥ ਹਾਊਸ, ਜਿਸ ਨੇ ਪੂਰਾ ਭੜਤੂ ਪਾਇਆ ਹੋਇਆ ਇਲਾਕੇ ਦੇ ਵਿੱਚ, ਤੇ ਲੋਕ ਦੂਰੋਂ ਦੂਰੋਂ ਆਪਣਾ ਫਾਇਦਾ ਲੈ ਰਹੇ ਆ। ਆਓ ਚਲੀਏ।
ਸੋ ਫਾਈਨਲੀ ਹੁਣ ਅਸੀਂ ਪਹੁੰਚ ਚੁੱਕੇ ਹਾਂ ਸਮਰਾਲਾ ਦੇ ਰਿਤੂ ਕਲੌਥ ਹਾਊਸ ਦੇ ਵਿੱਚ, ਜਿਸ ਸਟੋਰ ਨੇ ਪੰਜਾਬ ਦੇ ਲੋਕਾਂ ਦੀਆਂ ਅੱਖਾਂ ਖੋਲੀਆਂ, ਜਿਸ ਨੇ ਪੰਜਾਬ ਦੇ ਲੋਕਾਂ ਨੂੰ ਲੁੱਟ ਖਸੁੱਟ ਤੋਂ ਬਚਾਇਆ ਤੇ ਜਿਨ੍ਹਾਂ ਨੇ ਲੋਕਾਂ ਨੂੰ ਦੱਸਿਆ ਕਿ ਜਿਹੜੀ ਤੁਹਾਡੀ ਛਿੱਲ ਉਧੇੜੀ ਜਾ ਰਹੀ ਆ ਬਾਹਰ ਦੁਕਾਨਦਾਰਾਂ ਤੋਂ, ਵੱਡੇ ਸ਼ੋਰੂਮਾਂ 'ਚੋਂ, ਉਸ ਤੋਂ ਤੁਸੀਂ ਕਿਵੇਂ ਬਚਣਾ ਆ। ਇਹਨਾਂ ਦੇ ਵੱਡੇ ਦਾਅਵੇ ਸਨ। ਅੱਜ ਤੋਂ ਕਰੀਬ ਅਸੀਂ 20 ਦਿਨ ਪਹਿਲਾਂ ਇੱਕ ਵੀਡੀਓ ਸ਼ੇਅਰ ਕੀਤੀ ਸੀ ਜੋ ਕਿ 17-18 ਲੱਖ ਲੋਕਾਂ ਨੇ ਵੇਖਿਆ ਤੇ ਬਹੁਤ ਸਾਰੇ ਲੋਕ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਤੇ ਰੋਜ਼ਾਨਾ ਆ ਕੇ ਇੱਥੇ ਆਪਣੇ ਵੱਡੇ ਫਾਇਦੇ ਲੈ ਰਹੇ ਆ। ਇਹਨਾਂ ਨੇ ਐਲਾਨ ਕਰ ਦਿੱਤਾ ਸੀ, ਵਧੀਆ ਵੈਰਾਈਟੀ ਦੇ ਰਹੇ ਸੀ, ਘੱਟ ਰੇਟਾਂ ਵਿੱਚ ਦੇ ਰਹੇ ਸੀ। ਉਸ ਤੋਂ ਬਾਅਦ ਪੰਜਾਬ ਦੇ ਕੋਨੇ-ਕੋਨੇ ਦੇ ਲੋਕ ਆਏ, ਇੱਥੇ ਆ ਕੇ ਉਹਨੇ ਫਾਇਦਾ ਵੀ ਲਿਆ ਹੈਗਾ। ਅਸੀਂ ਦੂਜੀ ਵਾਰੀ ਵੀ ਇੱਥੇ ਆ ਕੇ ਰਿਵਿਊ ਕੀਤਾ ਸੀ ਤੇ ਇਸੇ ਆਪ ਮੁਹਾਰੇ ਲੋਕ ਦੱਸ ਰਹੇ ਸਨ ਵੀ ਜਿਹੜਾ ਅਸੀਂ ਬਾਹਰਲੇ ਸਟੋਰਾਂ ਤੋਂ ਲੱਖ ਰੁਪਏ ਦਾ ਕੱਪੜਾ ਲੈਂਦੇ ਆ, ਇੱਥੇ ਸਾਨੂੰ 40-50 ਹਜ਼ਾਰ ਦਾ ਮਿਲ ਜਾਂਦਾ, ਵੈਰਾਈਟੀ ਸਾਨੂੰ ਉਸ ਤੋਂ ਵੱਧ ਮਿਲਦੀ ਆ। ਸੋ ਇਹ ਬਹੁਤ ਵੱਡਾ ਇਹਨਾਂ ਵੱਲੋਂ ਜਿਹੜੇ ਕਿ ਕੰਮ ਕੀਤਾ ਗਿਆ, ਲੋਕਾਂ ਦੀਆਂ ਅੱਖਾਂ ਖੋਲੀਆਂ ਗਈਆਂ, ਲੋਕ ਫਾਇਦਾ ਲੈ ਰਹੇ ਆ। ਤੁਸੀਂ ਕੰਬਲ ਲੈਣਾ, ਤੁਸੀਂ ਕੁੜਤੇ ਪਜਾਮੇ ਲੈਣੇ, ਤੁਸੀਂ ਕੋਈ ਵੀ ਵੈਰਾਈਟੀ ਲੈਣੀ, ਇੱਥੇ ਤੁਸੀਂ ਆ ਕੇ ਦੇਖ ਸਕਦੇ ਆ। ਹੁਣ ਅਸੀਂ ਫਿਰ ਇੱਥੇ ਪਹੁੰਚ ਗਏ ਆ ਤੇ ਇੱਥੋਂ ਦੇ ਲੋਕਾਂ ਨਾਲ, ਜਿਹੜੇ ਕਸਟਮਰ ਆਏ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਜਿਹੜੇ ਇੱਥੋਂ ਦੇ ਓਨਰ ਹੈਗੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ, ਜਾਣਾਂਗੇ ਇੱਥੇ ਜਿਹੜੀ ਕੀ ਨਵੀਂ ਵੈਰਾਈਟੀ ਆਈ ਆ, ਕੀ ਲੋਕਾਂ ਨੂੰ ਫੈਸਿਲਿਟੀ ਦੇ ਰਹੇ ਆ। ਸਭ ਤੋਂ ਪਹਿਲਾਂ ਅਸੀਂ ਇੱਥੇ ਜਿਹੜੇ ਕਸਟਮਰ ਆਏ ਆ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਤੁਸੀਂ ਕਿੱਥੋਂ ਆਏ ਹੋ? ਅਸੀਂ ਮੰਜੀ ਸਾਹਿਬ ਕੋਟਾ ਮੰਡਿਆਲਾ ਕਲਾਂ। ਪਹਿਲਾਂ ਕਦੇ ਆਏ ਕਿ ਅੱਜ ਪਹਿਲੀ ਵਾਰ ਇੱਥੇ ਆਏ ਤੁਸੀਂ? ਨਹੀਂ, ਪਹਿਲਾਂ ਵੀ ਆਏ ਆ। ਹਾਂਜੀ, ਇਹਨਾਂ ਦੀ ਵੈਰਾਈਟੀ ਕਿੱਦਾਂ ਦੀ ਆ, ਕੀ ਪ੍ਰਾਈਸ ਹੈਗੇ ਤੁਹਾਨੂੰ ਲੱਗਦਾ? ਫਿਕਸ ਨੇ ਵੀ ਵਧੀਆ ਵਾ ਕੱਪੜਾ, ਆਉਂਦੇ ਜਾਂਦੇ ਬਾਰ-ਬਾਰ ਆਉਣ ਨੂੰ ਦਿਲ ਕਰਦਾ ਵੀ ਆਈਏ ਇੱਥੇ। ਪਹਿਲਾਂ ਤੁਸੀਂ ਹੋਰ ਸ਼ੋਰੂਮਾਂ 'ਚ ਵੀ ਜਾਂਦੇ ਹੋਣੇ, ਹੋਰ ਦੁਕਾਨਾਂ ਤੇ ਵੀ ਜਾਂਦੇ ਹੋਣੇ ਆ, ਉਹਨਾਂ ਦਾ ਤੇ ਰਿਤੂ ਕਲੌਥ ਹਾਊਸ ਦੇ ਵਿੱਚ ਕੀ ਡਿਫਰੈਂਸ ਲੱਗਦਾ ਤੁਹਾਨੂੰ? ਕਾਫੀ ਫਰਕ ਹੈ। ਵੈਰਾਈਟੀ ਵਧੀਆ ਇਹਨਾਂ ਕੋਲੇ, ਹੋਰਾਂ ਨੂੰ ਵੀ ਦੱਸਦੇ ਆ ਵੀ ਆਈਏ। ਔਰ ਰੇਟਾਂ ਦਾ ਫਰਕ ਹੈਗਾ ਬਾਹਰ ਤੇ ਇਹਨਾਂ ਨਾਲੋਂ? ਰੇਟ ਠੀਕ ਹੈ ਹੀ ਨਹੀਂ। ਤੁਸੀਂ ਕਿੱਥੋਂ ਆਏ ਹੋ? ਅਸੀਂ ਇਹਨਾਂ ਦੇ ਨਾਲ ਹੀ ਮੰਜੀ ਸਾਹਿਬ ਕੋਟਾ। ਤੁਸੀਂ ਕਾਫੀ ਸ਼ਾਪਿੰਗ ਕਰ ਰਹੇ ਹੋ, ਕਾਫੀ ਤੇ ਢੇਰ ਲਾਇਆ ਸੂਟਾਂ ਦਾ ਕਢਾ ਕੇ, ਕਿੱਦਾਂ ਦੀ ਵੈਰਾਈਟੀ ਲੱਗੀ? ਬਹੁਤ ਵਧੀਆ ਹੈ ਸਰ, ਬਹੁਤ ਜ਼ਿਆਦਾ ਵਧੀਆ ਹੈ। ਹਾਂਜੀ, ਕਦੋਂ ਤੋਂ ਤੁਸੀਂ ਇੱਥੇ ਆ ਰਹੇ ਹੋ? ਅੱਜ ਮੈਂ ਦੂਜੀ ਵਾਰ ਆਈ ਹਾਂ। ਹਾਂਜੀ ਕਿੰਨੇ ਟਾਈਮ ਬਾਅਦ ਆਏ ਆ ਦੂਜੀ ਵਾਰੀ ਅੱਜ? ਸਰ 15 ਕੁ ਦਿਨ ਪਹਿਲਾਂ ਆਏ ਸੀਗੇ ਤੇ ਅੱਜ ਦੂਜੀ ਵਾਰ ਆਏ ਹਾਂ। ਹਾਂਜੀ, ਤੇ ਪ੍ਰਾਈਸ ਕਿੱਦਾਂ ਲੱਗ ਰਿਹਾ ਇਹਨਾਂ ਦੇ? ਪ੍ਰਾਈਸ ਵਧੀਆ ਨੇ, ਠੀਕ ਨੇ, ਸਹੀ ਰੇਟ ਨਾਲ ਮਿਲ ਰਿਹਾ ਸਾਰਾ ਕੁਝ, ਬਹੁਤ ਵਧੀਆ ਹੈ। ਹਾਂਜੀ, ਬਾਕੀ ਕੱਪੜਾ ਵੀ ਬਹੁਤ ਵਧੀਆ, ਵੈਰਾਈਟੀ ਬਹੁਤ ਜ਼ਿਆਦਾ ਵਧੀਆ ਹੈ। ਹਾਂਜੀ, ਪਰ ਇਹਦਾ ਬਹੁਤ ਘੱਟ ਰੇਟਾਂ ਵਿੱਚ ਦੇ ਰਹੇ ਹੈਗੇ ਆ ਸੂਟ, ਤੇ ਹੋਰ ਦੁਕਾਨਾਂ ਜਿਵੇਂ ਜ਼ਿਆਦਾ ਰੇਟ ਲੱਗਦਾ ਹੈਗਾ, ਉਹਦੇ ਲਈ ਕੀ ਕਹਿਣਾ ਚਾਹੁੰਦੇ ਤੁਸੀਂ? ਸਰ ਇਹੀ ਕਹਿਣਾ ਚਾਹੁੰਦੇ ਆ ਵੀ ਹਾਂਜੀ ਵੀ ਸਹੀ ਹੈ, ਜੋ ਸਹੀ ਹੈ ਉਹਨੂੰ ਸਹੀ ਦੱਸੋ, ਜੋ ਵੀ ਰੇਟ ਆ ਨਾ ਵੀ ਜਿੱਦਾਂ ਦਾ ਕੱਪੜਾ ਉਦਾਂ ਦਾ ਪ੍ਰਾਈਸ ਲਗਾਓ। ਹਾਂਜੀ ਹਾਂ, ਮਤਲਬ ਕਿ ਵਧੀਆ ਚੀਜ਼ ਮਿਲ ਰਹੀ ਹੈ ਸਾਨੂੰ, ਕਾਫੀ ਜ਼ਿਆਦਾ ਵਧੀਆ। ਹਾਂਜੀ, ਪਰ ਪਹਿਲਾਂ ਕਦੇ ਸੁਣਿਆ ਸੀ ਇਦਾਂ ਦੇ ਰੇਟ ਵੀ 180, 235, 250, 300, ਕਿਉਂਕਿ ਕਦੇ ਵੀ ਜਾਂਦੇ ਸੀ ਬਾਹਰ ਨਿਕਲ ਕੇ ਪਤਾ ਲੱਗਿਆ ਪਹਿਲਾਂ ਕੀ ਰੇਟ ਸੁਣਦੇ ਹੁੰਦੇ ਸੀ? ਪਹਿਲਾਂ 1000, 1200, 1500, ਹੁਣ ਜਿਹੜਾ ਇੱਥੇ 250 ਦਾ, 300 ਦਾ ਸੁਣ ਰਹੇ ਆ। ਜਦੋਂ ਅਸੀਂ ਬਾਹਰ ਲੈਂਦੇ ਹੁੰਦੇ ਸੀ, ਕਿਸੇ ਵੱਡੀ ਸ਼ਾਪ 'ਚ ਪੜਦੇ ਆ, ਉਹ ਕਹਿੰਦੇ ਨੇ ਨਾ 2000 ਦਾ, 2500 ਦਾ, ਇੱਥੇ ਆ ਕੇ ਦੇਖਦੇ ਹੋ 250 ਦਾ, 300 ਦਾ, ਫਿਰ ਉਹਦੇ ਵਿੱਚ ਤਾਂ ਵੈਰਾਈਟੀ ਲਗਭਗ ਉਦਾਂ ਦੀ ਆ। ਹਾਂ, ਸੇਮ ਟੂ ਸੇਮ ਲੱਗਦਾ ਵੀ ਲੁੱਟ ਹੋਈ ਆ ਪਹਿਲਾਂ। ਹੋਈ ਆ, ਹਾਂ, ਇਹ ਗੱਲ ਸਹੀ ਆ, ਇਹ ਗੱਲ ਨੂੰ ਮੈਂ ਮੰਨਦੀ ਆ। ਤੇ ਬਾਕੀ ਹੋਰ ਲੋਕਾਂ ਨੂੰ ਕੀ ਕਹਿਣਾ ਚਾਹੋਗੇ? ਲੋਕਾਂ ਨੂੰ ਇਹੀ ਕਹਿਣਾ ਚਾਹਾਂਗੇ ਵੀ ਸ਼ੋਰੂਮਾਂ ਨੂੰ ਛੱਡ ਕੇ ਕਿਸੇ ਐਦਾਂ ਦੀ ਤੇ ਆਓ ਜਿੱਥੇ ਤੁਹਾਨੂੰ ਉਹੀ ਚੀਜ਼ ਮਿਲਦੀ ਆ, ਘੱਟ ਰੇਟ ਤੇ ਮਿਲ ਰਹੀ ਹੈ, ਫਿਰ ਇੱਥੋਂ ਹੀ ਖਰੀਦੋ ਨਾ। ਹਾਂਜੀ, ਤੇ ਬਾਕੀ ਜਿਹੜਾ ਕਿ ਰਿਤੂ ਕਲੌਥ ਹਾਊਸ ਨੇ ਕਾਫੀ ਲੋਕਾਂ ਨੂੰ ਵੀ ਜਾਗਰੂਕ ਕੀਤਾ ਆ, ਜਿਹੜੇ 1000 ਰੁਪਏ, 1200, 1500, 2000 ਚ ਲੈਂਦੇ ਸੀ, ਇੱਥੇ 180 ਰੁਪਏ ਦਾ ਸੂਟ ਸਟਾਰਟ ਹੈਗਾ, 200 ਦਾ ਸੂਟ ਹੈਗਾ, 250 ਦਾ ਸੂਟ ਹੈਗਾ। ਇਦਾਂ ਦੀਆਂ ਗੱਲਾਂ ਪਹਿਲਾਂ ਕਦੇ ਸੁਣਿਆ ਨਹੀਂ ਸੀ, ਇੱਥੇ ਲੋਕ ਆ ਰਹੇ ਆ, ਕਾਫੀ ਉਹਨਾਂ ਦੇ ਫਾਇਦੇ ਹੋ ਰਹੇ ਆ। ਇਸ ਲਈ ਤੁਹਾਨੂੰ ਅਸੀਂ ਵਾਰ-ਵਾਰ ਕਹਿੰਦੇ ਆ ਵੀ ਤੁਸੀਂ ਵੀ ਇੱਥੇ ਆ ਕੇ ਵਿਜ਼ਿਟ ਕਰੋ, ਤੁਹਾਨੂੰ ਇੱਥੇ ਦੀ ਜਿਹੜੀ ਵੈਰਾਈਟੀ ਤੇ ਪ੍ਰਾਈਸ ਇੱਥੇ ਆ ਕੇ ਪਤਾ ਲੱਗਣਗੇ ਵੀ ਕਿੰਨੇ ਘੱਟ ਰੇਟਾਂ 'ਚ ਕੱਪੜੇ ਦੇ ਰਹੇ ਆ। ਅੰਕਲ ਜੀ ਕਿੱਥੋਂ ਆਏ ਹੋ ਤੁਸੀਂ? ਅਸੀਂ 90 ਤੋਂ ਆਏ ਆ ਜੀ। ਨਾਭਾ ਛੱਡ ਕੇ ਸਮਰਾਲੇ ਆਉਣ ਦਾ ਕੀ ਮਕਸਦ? ਸਾਨੂੰ ਇਹਨਾਂ ਦੀ ਐਡ ਪਤਾ ਲੱਗਿਆ ਜੀ, ਕੁਛ ਰੇਟ ਕੱਪੜਾ ਸਸਤਾ ਹੈ ਵੀ, ਇਹਦੇ 'ਚ ਕੋਈ ਫਰਕ ਨਹੀਂ ਹੈ, ਕੋਈ ਦੋ ਰਾਏ ਵਾਲੀ ਗੱਲ ਨਹੀਂ ਹੈਗੀ, ਹੈਗਾ। ਤੁਸੀਂ ਪੂਰਾ ਪਰਿਵਾਰ ਆਏ ਹੋਏ ਆ, ਕਿੰਨਾ ਟਾਈਮ ਹੋ ਗਿਆ ਇੱਥੇ ਬੈਠਿਆਂ ਨੂੰ? ਅਸੀਂ 10:30 ਵਜੇ ਪਹੁੰਚ ਗਏ ਹੋਵਾਂਗੇ, ਮੈਨੂੰ ਲੱਗਦਾ ਕਰੀਬ, ਹੁਣ ਦੇਖ ਲਓ ਜੀ 1 ਵੱਜ ਗਿਆ ਹੋਣਾ। ਕਿੰਨੇ ਕੁ ਸੂਟ ਖਰੀਦ ਚੁੱਕੇ ਹੋ? ਅਸੀਂ 30 ਕੁ ਸੂਟ ਖਰੀਦੇ ਨੇ ਜੀ ਹਲੇ ਤੱਕ। ਘਰ 'ਚ ਵਿਆਹ ਆ ਕੋਈ? ਹਾਂਜੀ ਹਾਂਜੀ ਹਾਂਜੀ। ਤੇ ਕਿੰਨੇ ਕੁ ਰੁਪਈਆਂ ਦਾ ਤੁਹਾਡਾ ਸੇਵਿੰਗ ਹੋਈ ਆ? ਕਿਉਂਕਿ ਇਹਨਾਂ ਦੇ ਬਾਰ-ਬਾਰ ਦਾਅਵੇ ਸੀ ਵੀ ਜਿਹੜਾ ਤੁਸੀਂ ਲੱਖ ਰੁਪਏ ਦਾ ਕੱਪੜਾ ਬਾਜ਼ਾਰ 'ਚ ਖਰੀਦਣਾ, ਇੱਥੋਂ 40-50 ਹਜ਼ਾਰ ਦਾ ਮਿਲ ਜਾਣਾ, ਵੱਡੇ ਫਾਇਦੇ ਆ ਤੇ ਵੈਰਾਈਟੀ ਵਧੀਆ ਆ। ਹਾਂ, ਅਸੀਂ ਵੀਰੇ ਹਲੇ ਇਕੱਠੇ ਕਰਾ ਕੇ ਰੱਖੇ ਨੇ, ਜਾਨੀ ਬਾਕੀ ਰੇਟ ਦਾ ਬਹੁਤ ਇਹਨਾਂ ਨੇ ਠੀਕ ਜਿਹਾ ਲੱਗ ਰਿਹਾ ਸਾਨੂੰ। ਬਾਕੀ ਹੁਣ ਜਦੋਂ ਇਕੱਠੇ ਪੈਸੇ ਦੇਵਾਂਗੇ ਉਸ ਤੋਂ ਬਾਅਦ ਪਤਾ ਲੱਗ ਜਾਊਗਾ। ਜਦੋਂ ਤੁਸੀਂ ਨਾਭੇ ਸੀਗੇ ਜਾਂ ਹੋਰ ਕਿਸੇ ਦੁਕਾਨਾਂ ਤੇ ਇਦਾਂ ਰੇਟ ਸੁਣੇ ਵੀ ਜਿਹੜਾ ਇੰਨੇ ਘੱਟ ਰੇਟਾਂ 'ਚ ਦੇ ਰਹੇ ਆ? ਵੀਰੇ ਕਿਸੇ ਦੁਕਾਨ ਤੇ ਗਏ ਨਹੀਂ ਹੈਗੇ, ਵੈਸੇ ਸਾਡੇ ਘਰੇ ਕਾਰਜ ਹੈਗਾ, ਅਸੀਂ ਕਿਸੇ ਦੁਕਾਨ ਤੇ ਗਏ ਨਹੀਂ। ਨਹੀਂ, ਅੱਜ ਤੋਂ ਪਹਿਲਾਂ ਹਫਤਾ 10 ਦਿਨ ਸਾਲ ਪਹਿਲਾਂ ਤੇ ਗਏ ਹੋਣੇ ਆ। ਹਾਂ ਜੀ, ਹਾਂਜੀ ਹਾਂਜੀ ਗਏ, ਜਾਨੀ ਉੱਥੇ ਨੂੰ ਬਹੁਤ ਫਰਕ ਲੱਗ ਰਿਹਾ ਜੀ, ਠੀਕ ਹੈ ਕੱਪੜਾ ਇਹਨਾਂ ਦਾ। ਹੋਰ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਹੋਰ ਲੋਕਾਂ ਨੂੰ ਵੀ ਕਹਿੰਦੇ ਵੀ ਭਾਈ ਦੇਖ ਕੇ ਉਰੇ ਲੈ ਲਓ ਆ ਕੇ, ਵਧੀਆ ਗੱਲ ਆ। ਅਸੀਂ 90 ਤੋਂ ਆ ਕੇ ਲਿਆ ਵੀ, ਬਾਕੀ ਨੇੜੇ ਤੇੜੇ ਨੂੰ ਤਾਂ ਸਕਾਲਾ ਉਰੇ ਇਹਨਾਂ ਤੋਂ ਲੈਣਾ। ਤੁਹਾਨੂੰ ਕਿੱਦਾਂ ਲੱਗੀ ਵੈਰਾਈਟੀ? ਬਹੁਤ ਵਧੀਆ ਲੱਗੀ ਵੀਰ ਜੀ। ਤੁਸੀਂ ਹੁਣ ਤੱਕ ਕਿੰਨੇ ਕੁ ਸੂਟ ਸਿਲੈਕਟ ਕੀਤੇ ਆ? ਕਿਉਂਕਿ ਜਦੋਂ ਬੀਬੀਆਂ ਆਉਂਦੀਆਂ ਸਵੇਰੇ 10 ਵਜੇ ਇੱਥੇ ਆ ਜਾਂਦੀਆਂ,
ਤੇ 5-6 ਵਜ ਜਾਂਦੇ ਸ਼ਾਮ ਤੱਕ ਬੈਠੇ ਰਹਿੰਦੀਆਂ ਫਿਰ ਵੀ ਪਸੰਦ ਨਹੀਂ ਆਉਂਦੇ। ਕਿੰਨੇ ਟਾਈਮ ਦੇ ਵਿੱਚ ਤੁਸੀਂ ਸੂਟ ਸਿਲੈਕਟ ਕਰ ਲਿਆ? ਅਸੀਂ 2 ਘੰਟੇ ਚ 30-35 ਸੂਟ ਪਸੰਦ ਕਰ ਲਏ। ਇਹਦਾ ਮਤਲਬ ਤਾਂ ਇਹ ਹੈ ਵੀ ਜਿਹੜਾ ਸੂਟ ਖੋਲੀ ਜਾਂਦੇ ਉਹੀ ਤੁਹਾਨੂੰ ਪਸੰਦ ਆਈ ਜਾਂਦਾ। ਹਾਂਜੀ ਆਈ ਜਾਂਦੇ ਨੇ ਵਿੱਚ ਪਸੰਦ ਆਈ ਜਾਂਦੇ। ਤੇ ਰੇਟ ਕਿਦਾਂ ਲੱਗੇ ਤੁਹਾਨੂੰ? ਵਧੀਆ ਲੱਗਿਆ ਜੀ, ਰੇਟ ਬਹੁਤ ਵਧੀਆ ਲੱਗਿਆ। ਸੋ ਇਹ ਵੀ ਇੱਕ ਵੱਡੀ ਗੱਲ ਇੱਥੇ ਦੇਖਣ ਨੂੰ ਮਿਲੀ ਹੈ। ਜਦੋਂ ਤੁਸੀਂ ਦੁਕਾਨਾਂ 'ਚ ਜਾਂਦੇ ਹੋ ਤੁਹਾਡੇ ਮੂਹਰੇ 100 50 ਸੂਟ ਖੋਲਦੇ ਪਰ ਪਸੰਦ ਨਹੀਂ ਆਉਂਦੇ। 2 ਘੰਟਿਆਂ ਦੇ ਵਿੱਚ 30 ਸੂਟ ਖਰੀਦਣੇ ਦਾ ਮਤਲਬ ਵੈਰਾਈਟੀ ਵੀ ਇੱਥੇ ਕਾਫੀ ਹੈਗੀ ਆ। ਤੁਸੀਂ ਜਦੋਂ ਵੀ ਇੱਥੇ ਆਉਣੇ ਹੋ ਤੁਹਾਡਾ ਟਾਈਮ ਵੀ ਬਚਦਾ, ਤੁਹਾਡੇ ਪੈਸੇ ਵੀ ਬਚਦੇ ਆ, ਤੁਹਾਨੂੰ ਵੈਰਾਈਟੀ ਬਹੁਤ ਜਾਇਜ਼ ਮਿਲਦੀ ਹੈਗੀ ਆ। ਸੋ ਤੁਸੀਂ ਇੱਕ ਵਾਰੀ ਵਿਜ਼ਿਟ ਜ਼ਰੂਰ ਕਰੋ ਰਿਤੂ ਕਲੌਥ ਹਾਊਸ ਸਮਰਾਲਾ ਤੇ। ਤੁਸੀਂ ਕਿੱਥੋਂ ਆਏ ਹੋ? ਸਮਰਾਲਾ ਪਹਿਲਾਂ ਵੀ ਆਏ ਕਿ ਅੱਜ ਪਹਿਲੀ ਵਾਰ ਆਏ ਆ? ਨਹੀਂ, ਪਹਿਲਾਂ ਵੀ ਆਉਂਦੇ। ਤੇ ਪਹਿਲਾਂ ਕੀ ਇੱਥੋਂ ਖਰੀਦ ਕੇ ਲੈ ਗਏ? ਕੁੜਤੇ ਪਜਾਮੇ ਦਾ ਕੱਪੜਾ ਤੇ ਸੂਟਾਂ ਦੇ ਕੱਪੜੇ। ਤੁਸੀਂ ਲੋਕਲ ਸਮਰਾਲੇ ਤੇ ਹੈਗੇ ਆ, ਤੁਸੀਂ ਹੋਰ ਵੀ ਦੁਕਾਨਾਂ ਤੇ ਗਏ ਹੋਣੇ ਆ, ਸ਼ੋਰੂਮਾਂ 'ਚ ਵੀ ਗਏ ਹੋਣੇ ਆ। ਉਹਨਾਂ ਦੀ ਬਜਾਏ ਜਦੋਂ ਤੁਸੀਂ ਰਿਤੂ ਕਲੌਥ ਹਾਊਸ ਆਉਂਦੇ ਆ ਤੁਹਾਨੂੰ ਇੱਥੇ ਕਿੰਨਾ ਕੁ ਪੈਸਿਆਂ ਦੇ ਵਿੱਚ ਫਰਕ ਲੱਗਦਾ, ਕਿੰਨਾ ਕੁ ਵੈਰਾਈਟੀ ਦੇ ਵਿੱਚ ਫਰਕ ਲੱਗਦਾ? ਕਾਫੀ ਲੱਗੀ। ਹਾਂਜੀ ਬਾਕੀ ਸਮਰਾਲੇ ਦੀਆਂ ਦੁਕਾਨਾਂ ਨੂੰ ਸਸਤਾ ਰਿਤੂ ਕਲੌਥ ਹਾਊਸ? ਹਾਂਜੀ ਹਾਂਜੀ ਤੁਹਾਨੂੰ ਕਿੱਦਾਂ ਲੱਗਾ ਜੀ ਜਿਵੇਂ ਤੁਹਾਨੂੰ ਦੱਸਿਆ ਹੋਊ ਇਹਨਾਂ ਨੇ? ਠੀਕ ਲੱਗਿਆ ਤਾਂ ਇਹਨਾਂ ਨੇ ਮੈਨੂੰ ਦੱਸਿਆ ਤਾਂ ਅਸੀਂ ਦੇਖਣ ਆਏ ਹਾਂ। ਵਿਆਹ ਹੈ ਸਾਡੇ, ਅਸੀਂ ਕੱਪੜਾ ਚੱਕਣ ਆਏ ਹਾਂ। ਹੁਣ ਵੀ ਅਸੀਂ ਸ਼ਾਪਿੰਗ ਤੁਸੀਂ ਕਿੱਥੋਂ ਆਏ ਹੋ? ਮਾਛੀਵਾੜੇ, ਅਸੀਂ ਮਾਛੀਵਾੜੇ ਤੋਂ ਆਏ ਹਾਂ। ਸਾਨੂੰ ਪਸੰਦ ਆਏ। ਤੇ ਤੁਸੀਂ ਦਾਜਬਰੀ ਦੇ ਕੱਪੜੇ ਖਰੀਦਣ ਆਏ ਆ ਵੀ ਵਿਆਹ ਦੇ? ਵਿਆਹ ਦੇ ਮੁੰਡੇ ਦਾ ਵਿਆਹ ਹੈ, ਉਹਦੇ ਕੱਪੜੇ ਲੈਣੇ। ਸੋ ਇੱਥੇ ਕਈ ਕਸਟਮਰ ਵੀ ਆਏ ਸੀ, ਅਸੀਂ ਉਹਨਾਂ ਨਾਲ ਵੀ ਗੱਲਬਾਤ ਕੀਤੀ ਆ। ਖਾਸ ਤੌਰ ਤੇ ਲੋਕਲ ਕਸਟਮਰ ਵੀ ਆਏ ਸਨ ਸਮਰਾਲੇ ਤੋਂ। ਉਹ ਕਹਿੰਦੇ ਅਸੀਂ ਵੱਖ-ਵੱਖ ਸ਼ਾਪਾਂ ਤੇ ਗਏ ਹੈਗੇ ਆ, ਉੱਥੇ ਵੈਰਾਈਟੀ ਵੀ ਚੈੱਕ ਕੀਤੀ ਆ, ਪ੍ਰਾਈਸ ਵੀ ਚੈੱਕ ਕੀਤੇ ਆ, ਪਰ ਰਿਤੂ ਕਲੌਥ ਹਾਊਸ ਦੇ ਵਿੱਚ ਸਾਨੂੰ ਸਭ ਤੋਂ ਬੈਸਟ ਮਿਲਿਆ। ਬਹੁਤ ਸਾਰੇ ਲੋਕ ਇੱਥੇ ਦਾਜਬਰੀ ਦੇ ਕੱਪੜੇ ਲੈ ਰਹੇ ਆ ਤੇ 2-2 ਘੰਟੇ ਦੇ ਵਿੱਚ 30 ਸੂਟ ਖਰੀਦ ਕਰ ਚੁੱਕੇ ਆ। ਸੋ ਇੱਥੇ ਵੈਰਾਈਟੀ ਬਹੁਤ ਹੈਗੀ ਆ, ਪ੍ਰਾਈਸ ਬਹੁਤ ਘੱਟ ਆ। ਤੁਹਾਨੂੰ ਵੀ ਵਾਰ-ਵਾਰ ਕਹਿੰਦੇ ਆ ਤੁਸੀਂ ਇੱਕ ਵਾਰੀ ਵਿਜ਼ਿਟ ਜ਼ਰੂਰ ਕਰੋ, ਇੱਥੇ ਆ ਕੇ ਆਪਣੀ ਸ਼ਾਪਿੰਗ ਕਰੋ ਤਾਂ ਜੋ ਕਿ ਤੁਸੀਂ ਆਪਣੇ ਬਹੁਤ ਸਾਰੇ ਪੈਸੇ ਵੀ ਬਚਾ ਸਕਦੇ ਆ ਤੇ ਘੱਟ ਸਮੇਂ ਦੇ ਵਿੱਚ ਵਧੀਆ ਵੈਰਾਈਟੀ ਤੁਸੀਂ ਖਰੀਦ ਸਕਦੇ ਹੈਗੇ ਆ। ਸੋ ਹੁਣ ਅਸੀਂ ਇੱਥੋਂ ਦੇ ਓਨਰ ਤਰੁਣ ਭਾਈ ਨਾਲ ਵੀ ਗੱਲਬਾਤ ਕਰਦੇ ਹਾਂ, ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਕੰਮ ਕਰਨਾ ਵੀ ਸਿਖਾਇਆ ਤੇ ਲੋਕਾਂ ਨੂੰ ਲੁੱਟ ਤੋਂ ਬਚਣਾ ਵੀ ਸਿਖਾਇਆ। ਭਾਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਅਸੀਂ ਵਧਾਈ ਦਿੰਦੇ ਹਾਂ, ਤੁਸੀਂ ਜਿਹੜਾ ਕਿ ਲੋਕਾਂ ਦੀਆਂ ਅੱਖਾਂ ਵੀ ਖੋਲੀਆਂ, ਲੋਕਾਂ ਨੂੰ ਦੱਸਿਆ ਵੀ ਲੁੱਟ ਤੋਂ ਕਿੱਦਾਂ ਬਚਣਾ, ਤੇ ਉਹ ਰੇਟ ਤੁਸੀਂ ਲੋਕਾਂ ਨੂੰ ਦੇ ਦਿੱਤੇ ਜਿਹੜੇ ਅੱਜ ਤੱਕ ਪੰਜਾਬ ਦੇ ਵਿੱਚ 90 ਸਾਲਾਂ ਤੋਂ ਕਿਸੇ ਦੁਕਾਨਦਾਰ ਨੇ ਨਹੀਂ ਦਿੱਤੇ ਸਨ। ਬਿਲਕੁਲ ਵੀ ਜੀ, ਪਤਾ ਸਾਡੀ ਪਹਿਲੀ ਪ੍ਰਾਇੋਰਟੀ ਇਹ ਹੈ ਵੀ ਕਸਟਮਰ ਖੁਸ਼ ਹੋ ਕੇ ਜਾਵੇ। ਇੰਨੀ ਦੂਰੋਂ ਆਂਦਾ, ਬਹੁਤ ਦੂਰੋਂ ਉੱਤਰਾਖੰਡ, ਹਿਮਾਚਲ, ਕੁੱਲੂ, ਬਹੁਤ ਜਗ੍ਹਾ ਤੋਂ ਕਸਟਮਰ ਆਏ ਆ। ਅੰਮ੍ਰਿਤਸਰ, ਫਿਰੋਜ਼ਪੁਰ, ਬਠਿੰਡਾ ਏਰੀਆ ਬਹੁਤ ਆ ਰਿਹਾ, ਮੋਹਾਲੀ ਬਹੁਤ ਕਸਟਮਰ ਆ ਰਿਹਾ। ਸਭ ਨੂੰ ਕਹਿ ਰਹੇ ਨੇ ਵੀ ਬਾਕੀ ਬਹੁਤ ਲੁੱਟ ਸੀਗੀ, ਤੁਸੀਂ ਸਾਡੀਆਂ ਅੱਖਾਂ ਖੋਲੀਆਂ ਨੇ। ਉਹ ਸਾਡਾ ਆਸ਼ੀਰਵਾਦ ਦੇ ਕੇ ਜਾਣਾ। ਸਭ ਤੋਂ ਬੜੀ ਗੱਲ ਨਾ, ਗਰੀਬ ਪਰਿਵਾਰ ਦੇ ਬੰਦੇ ਨੂੰ ਜਿਹਨੂੰ 150 ਰੁਪਏ ਦਾ ਕੁੜਤਾ ਪਜਾਮਾ ਮਿਲਦਾ, 180 ਦਾ ਸੂਟ ਮਿਲਦਾ, 250 ਦਾ ਸੂਟ ਮਿਲਦਾ, 300 ਦਾ ਮਿਲਦਾ, ਉਹ ਬੀਬੀਆਂ ਅਸੀਸਾਂ ਦੇ ਕੇ ਜਾਂਦੀਆਂ ਵੀ ਪੁੱਤਰਾ ਜਿਉਂਦਾ ਰਹਿ। ਉਦੋਂ ਮਨ ਖੁਸ਼ ਹੁੰਦਾ, ਉਦੋਂ ਉਹ ਅਸਲੀ ਕਮਾਈ ਆ ਸਾਡੀ। ਇਹ ਤਾਂ ਵੀਰੇ ਦੁਨੀਆਦਾਰੀ ਚੱਲਦੀ ਰਹਿਣੀ ਆ, ਕਾਗਜ਼ ਦੇ ਨੋਟ ਨੇ, ਸਭ ਕੁਝ ਕਾਗਜ਼ ਦਾ। ਜਦੋਂ ਸਾਨੂੰ ਬਜ਼ੁਰਗ ਬੰਦਾ ਆਸ਼ੀਰਵਾਦ ਦੇ ਕੇ ਜਾਂਦਾ ਵੀ ਜੋ ਤੁਸੀਂ ਕੰਮ ਕਰ ਰਹੇ ਹੋ ਬਹੁਤ ਵਧੀਆ ਕਰ ਰਹੇ ਹੋ, ਉਹ ਸਾਡੀ ਅਸਲੀ ਕਮਾਈ। ਜਦੋਂ ਬਾਕੀ ਦੁਕਾਨਾਂ 'ਤੇ ਜਾਂਦੇ ਭਾਈ ਕਸਟਮਰ ਉੱਥੇ ਵੀ ਆਉਂਦੇ ਆ ਸਾਰੇ ਪੰਜਾਬ ਤੋਂ, ਪਰ ਉੱਥੇ ਕੋਈ 2 ਸੂਟ ਲੈਂਦਾ, ਕੋਈ 3 ਸੂਟ ਲੈਂਦਾ। ਜਦੋਂ ਅਸੀਂ ਇੱਥੇ ਆ ਕੇ ਦੇਖਦੇ ਹਾਂ ਤਾਂ ਜ਼ਿਆਦਾਤਰ ਲੋਕ ਦਾਜਬਰੀ ਵਾਲੇ ਆਉਂਦੇ ਆ ਜਿਨ੍ਹਾਂ ਨੇ 40 50 ਸੂਟ ਲੈਣੇ ਆ। ਉਹ ਫਿਰ ਜਾਣ ਲੱਗੇ ਕੀ ਕਹਿ ਕੇ ਜਾਂਦੇ ਆ ਤੇ ਤੁਸੀਂ ਕਿੰਨੇ ਕੁ ਪੈਸੇ ਉਹਨਾਂ ਦੇ ਬਚਾ ਦਿੰਦੇ ਹੋ? ਵੀਰੇ ਅਸੀਂ ਤਾਂ ਐਂ ਦੇਖੀਦਾ ਵੀ ਅਗਲਾ ਜਦੋਂ ਨੋਟਾਂ ਦੀ ਖੱਦੀਆਂ ਕੱਢਦਾ ਉਦੀਆਂ ਵਾਪਸ ਲੈ ਕੇ ਜਾਂਦਾ। ਉਹ ਕਹਿੰਦਾ ਵੀ ਵੀਰੇ ਤੈਂ ਬਚਾਏ ਨੇ, ਨਾ ਐਂ ਕਹਿੰਦਾ ਵੀਰੇ ਜਿਉਂਦਾ ਰਿਹਾ ਤੇ ਬਚਾਤੇ ਸਾਡੇ, ਐਂ ਕਹਿ ਕੇ ਜਾਂਦਾ। ਉਹ ਸੀਸਾਂ ਦੇ ਕੇ ਜਾਂਦਾ ਸਾਨੂੰ। ਵੀ ਅਸੀਂ ਮਨ ਬਣਾ ਕੇ ਆਏ ਸੀ ਵੀ ਸਾਰੇ ਖਰਚਣੇ ਆ, ਪਰ ਤੁਸੀਂ ਤੁਸੀਂ ਵੀ ਲੋਕਾਂ ਵਰਗੇ ਹੀ ਹੋਵੋਗੇ, ਪਰ ਨਹੀਂ ਕਹਿੰਦਾ ਤੁਸੀਂ ਜੇ ਤੁਸੀਂ ਸੂਟ ਕਿਹਾ ਸੀ ਰੇਟ 180 ਦਾ 180 ਦਾ ਦਿੱਤਾ, ਇਹ 250 ਦਾ ਕਿਹਾ ਸੀ 250 ਦਿੱਤਾ। ਉਹ ਕਹਿੰਦੇ ਨੇ ਆਪ। ਭਾਈ ਲੋਕ ਜਦੋਂ ਇੱਥੇ ਆਉਂਦੇ ਆ ਉਹਨਾਂ ਦੀ ਕੁਐਰੀ ਕੀ ਹੁੰਦੀ, ਜ਼ਿਆਦਾਤਰ ਕਿਹੜੀ ਚੀਜ਼ ਤੁਹਾਡੀ ਵਿਕਦੀ ਆ ਓਵਰਆਲ ਸਾਰਾ ਹੀ, ਜਾਂ ਫਿਰ ਕੋਈ ਡਿਮਾਂਡ? ਵੀਰੇ ਸਾਰੇ ਹੀ ਲੇਡੀਜ਼ ਜੈਂਟਸ ਸਮਾਨ ਸਭ ਕੁਝ ਵਿਕਦਾ, ਸਾਰੇ ਤਰ੍ਹਾਂ ਦੇ ਕਸਟਮਰ, ਜੈਂਟਸ ਵੀ ਖੁਸ਼ ਹੋ ਕੇ ਜਾਂਦਾ, ਸਾਡੇ ਕੋਲ ਲੇਡੀਜ਼ ਵੀ ਖੁਸ਼ ਹੋ ਕੇ ਜਾਂਦਾ। ਤੁਸੀਂ ਨਾ ਪਿਛਲੀ ਵਾਰੀ ਇੱਕ ਬਹੁਤ ਵੱਡੀ ਡੀਲ ਦੇ ਦਿੱਤੀ ਸੀ ਪੰਜਾਬ ਦੇ ਲੋਕਾਂ ਨੂੰ, ਤੁਸੀਂ 450 ਰੁਪਏ ਦੇ ਵਿੱਚ ਕੋਟ ਪੈਂਟ ਦੀ ਗੱਲ ਕੀਤੀ ਸੀ। ਕਿੰਨੇ ਕੁ ਨੌਜਵਾਨਾਂ ਨੇ ਫਾਇਦਾ ਲਿਆ? ਵੀਰੇ ਬਹੁਤ ਮਤਲਬ ਤੁਸੀਂ ਐਂ ਕਹਿ ਲਓ ਜਿਹਨੇ ਪੈਂਟ ਸ਼ਰਟ ਵੀ ਦੇਣੀ ਸੀ ਅਗਲਾ ਦੇਣ ਲੈਣ ਵੀ ਕੋਟ ਪੈਂਟੇ ਲੈ ਕੇ ਗਿਆ। ਕਹਿੰਦਾ ਵੀ 500-700 ਸੀ ਉਹ ਤੇ ਲੈਣਾ ਸੀਗਾ, ਪੈਂਟ ਸ਼ਰਟ ਤੇ ਵੀ ਬਜਣਾ, ਪੈਂਟ ਸ਼ਰਟ ਦੀ ਕੋਟ ਪੈਂਟ ਦਿੰਦੇ ਆ, ਨਾਲੇ ਸਾਡੇ ਰਿਸ਼ਤੇਦਾਰ ਖੁਸ਼ ਹੋਣਗੇ। ਬਹੁਤ ਮਤਲਬ ਦੁਨੀਆ ਖੁਸ਼ ਹੋ ਕੇ ਗਈ ਆ। ਭਾਜੀ ਇੱਥੇ ਮੈਂ ਲਾਸਟ ਟਾਈਮ ਪਿਆ ਸੀ, ਕਾਫੀ ਕਰਾਊਡ ਸੀ, ਲੋਕ ਨਾ 50 ਕਸਟਮਰ ਸਾਡੇ ਬਾਹਰ ਖੜੇ ਸੀ ਸੜਕਾਂ ਤੇ। ਉਹਨਾਂ ਨੂੰ ਕਾਫੀ ਦਿੱਕਤ ਪਰੇਸ਼ਾਨੀ ਆ ਰਹੀ ਸੀ ਕਿਉਂਕਿ ਇੱਥੇ ਸਪੇਸ ਤਾਂ ਬਹੁਤ ਜ਼ਿਆਦਾ ਆ, ਪਰ ਜ਼ਿਆਦਾ ਸਪੇਸ ਵੀ ਭਰ ਜਾਂਦੀ ਹੈ ਜਦੋਂ ਓਵਰਲੋਡ ਹੋ ਜਾਂਦਾ। ਉਹਨਾਂ ਨੂੰ ਫਿਰ ਤੁਸੀਂ ਕਿੱਦਾਂ ਡੀਲ ਕਰਦੇ ਹੋ? ਉਹ ਕਾਫੀ ਪਰੇਸ਼ਾਨੀ ਹੈਗੀ, ਕਹਿੰਦੇ ਲੋਕ ਨੇ ਸਾਨੂੰ ਖੜਨਾ ਪੈਂਦਾ। ਬਿਲਕੁਲ ਵੀਰ ਜੀ, ਉਹਦੇ ਲਈ ਅਸੀਂ ਆਪਣੇ ਘਰ ਦੇ ਵਿੱਚ ਗਡਾਊਨ ਤਿਆਰ ਕਰਤਾ, ਉੱਥੇ ਅਸੀਂ ਕਸਟਮਰ ਵੀ ਅਟੈਂਡ ਕਰਦੇ ਹਾਂ ਸਮੇਂ ਨਾਲ। ਤੁਹਾਨੂੰ ਅੱਜ ਉੱਥੇ ਲੈ ਕੇ ਚੱਲਦਾ ਮੈਂ ਦਿਖਾਣਾ। ਚਲੋ ਭਾਈ ਦੇ ਦਾਅਵੇ ਆ ਵੀ ਉੱਥੇ ਗਡਾਊਨ ਹੈਗਾ, ਆਪਾਂ ਦੇਖ ਲੈਂਦੇ ਆ ਜਿੱਥੇ ਇਹ ਡੀਲ ਕਰਦੇ, ਜਿੱਥੇ ਕਸਟਮਰ ਆਉਂਦੇ ਆ ਉਹਨਾਂ ਨੂੰ ਇਹ ਵੀ ਜਿਹੜੇ ਕਿ ਦਿਖਾਇਆ ਜਾਂਦਾ ਤੇ ਕੱਪੜੇ ਦੀ ਵੈਰਾਈਟੀ ਵੀ ਆਪਾਂ ਉੱਥੇ ਚੈੱਕ ਕਰਾਂਗੇ ਕਿਹੜੀ ਕਿਹੜੀ ਵੈਰਾਈਟੀ ਆ, ਉਹ ਆਪਾਂ ਚੱਲਦੇ ਆ। ਸੋ ਹੁਣ ਅਸੀਂ ਜਿਹੜਾ ਕਿ ਇੱਥੇ ਗਡਾਊਨ ਦੇ ਕਿਆ ਵੇਖਦੇ ਆ ਇੱਥੇ ਕੀ ਵੈਰਾਈਟੀ ਇਹਨਾਂ ਕੋਲ ਹੈਗੀ। ਭਾਜੀ ਤਾਂ ਘਰ ਦੇ ਵਿੱਚ ਰੱਖਿਆ ਸਾਰਾ ਸਮਾਨ? ਬਾਈ ਜੀ ਲੈ ਕੇ ਤਾਂ ਦੁਕਾਨ ਵੀ ਕਿਰਾਏ ਤੇ ਰੱਖ ਸਕਦੇ ਸੀ, ਪਰ ਅਸੀਂ ਲੋਕਾਂ ਦੇ ਲੋਡ ਨਹੀਂ ਪਾਣਾ। 10-10 ਰੁਪਏ ਕੰਬਲ ਤੋਂ ਜਾਂ ਕਿਸੇ ਹੋਰ ਵੀ ਚੀਜ਼ ਤੋਂ ਫਿਰ ਵਧਾਉਣਾ ਪੈਣਾ ਸੀਗਾ। ਹੁਣ ਤਾਂ ਹਜ਼ਾਰਾਂ ਹੀ ਲੋਕ ਤੁਹਾਡੇ ਕੋਲ ਸ਼ਾਪਿੰਗ ਕਰਨ ਆ ਰਹੇ, ਹੁਣ ਤਾਂ ਕਾਫੀ ਸੇਲ ਵੀ ਹੋ ਗਈ, ਹੁਣ ਤਾਂ ਤੁਹਾਨੂੰ ਲੈ ਲੈਣਾ ਚਾਹੀਦਾ ਗਡਾਊਨ ਇੱਕ। ਵੀਰੇ ਸਾਡਾ ਮਾਰਜਨ ਘੱਟ ਆ,
ਲੋਨ ਲੈ ਕੇ ਵੀ ਦੁਕਾਨ ਵੀ ਲੈ ਸਕਦੇ, ਸਭ ਕੁਝ ਕਰਨਾ ਹੁੰਦਾ ਸਾਨੂੰ, ਲੇਕਿਨ ਉਹ ਕਰਨਾ ਹੀ ਨਹੀਂ ਹੈਗਾ। ਜਿਵੇਂ ਤਾਂ 10 ਰੁਪਏ ਹੋਰ ਬਣਾਉਣੇ ਪੈਣੇ ਨੇ ਸਾਨੂੰ, ਸੂਟ ਮਗਰ ਵੀ ਉਹਦੇ ਮਗਰ ਵੀ ਉਹਨੇ ਦੂਰੋਂ ਆਉਣ ਦਾ ਫਾਇਦਾ ਕੀ ਹੈ ਲੋਕਾਂ ਨੂੰ? ਉਹ ਇੰਨੀ ਦੂਰੋਂ ਸਾਰਾ ਬਾਜ਼ਾਰ ਛੱਡ ਕੇ ਆ ਰਹੇ ਨੇ, ਉਹ ਕਿਸੇ ਗੱਲ ਕਰਕੇ ਆ ਰਹੇ ਨੇ। ਜੇ ਸਾਡੀ ਇਮਾਨਦਾਰੀ ਆ ਤਾਂ ਆ ਰਹੇ ਨੇ, ਸਾਡੇ ਤੇ ਵਿਸ਼ਵਾਸ ਕਰਕੇ ਆ ਰਹੇ ਨੇ। ਤੁਹਾਨੂੰ ਬੱਚਾ ਸਮਝਦੇ ਸੀ ਕੱਪੜੇ ਦੇ ਵਪਾਰੀ ਵੀ ਇਹ ਬੱਚਾ ਆ, ਪਰ ਤੁਸੀਂ ਦੱਸ ਦਿੱਤਾ ਵੀ ਕਿੱਦਾਂ ਕੰਮ ਹੁੰਦਾ। ਜਿਹੜੇ ਤੁਸੀਂ ਰੇਟ ਦੱਸੇ ਸੀ ਪਿਛਲੀ ਵੀਡੀਓ ਦੇ ਵਿੱਚ ਤੇ ਲੋਕਾਂ ਦੇ ਫਾਇਦੇ ਬਹੁਤ ਹੋਏ, ਪਰ ਜਿਹੜੇ ਦੁਕਾਨਦਾਰ ਉਹ ਸੋਚਣ ਨੂੰ ਮਜਬੂਰ ਹੋ ਗਏ ਵੀ ਇੰਨਾ ਸਸਤਾ ਕੱਪੜਾ ਦੇ ਹੀ ਕਿੱਦਾਂ ਜਾਂਦਾ। ਉਹ ਕਹਿੰਦੇ ਕੋਲੋਂ ਹੀ ਪਾ ਕੇ ਦੇਈ ਜਾਂਦਾ ਸ਼ਾਇਦ ਇਹ। ਵੀਰੇ ਮੈਂ ਕੋਈ ਇੰਨਾ ਮਹਾਪੁਰਸ਼ ਨਹੀਂ ਹੈਗਾ ਵੀ ਮੈਂ ਕੋਲੋਂ ਲੋਕਾਂ ਦੀ ਸੇਵਾ ਕਰਾਂ, ਨਾ ਆਪਾਂ ਕੋਈ ਦਾਨੀ ਸੱਜਣਾ ਜੀ, ਠੀਕ ਹੈ ਜੀ। ਜਿਹੜੇ ਕਹਿੰਦੇ ਨੇ ਵੀ ਨਵਾਂ ਬੱਚਾ ਆ ਗਿਆ, ਉਹਨਾਂ ਨੂੰ ਮੈਂ ਇੱਕ ਸਵਾਲ ਕਰਨਾ ਚਾਹੁੰਦਾ। ਤੁਹਾਨੂੰ 50-50 ਸਾਲ ਹੋ ਗਏ ਕੱਪੜੇ ਦਾ ਕੰਮ ਕਰਦੇ ਨੂੰ, ਜਾਨੀ ਤੁਹਾਨੂੰ ਪਤਾ ਲੱਗਿਆ ਵੀ ਰੇਟ ਕੀ ਕਰ ਰਹੇ ਨੇ? ਤੁਸੀਂ ਰਿਤੂ ਕਲਾਥ ਤੁਹਾਨੂੰ ਦੇ ਕੇ ਸਿੱਟਦੇ ਹੋ। ਮੈਂ ਤਾਂ ਖੁਸ਼ ਹਾਂ ਵੀ ਤੁਹਾਨੂੰ ਮੈਨੂੰ ਦੇਖ ਕੇ ਅਕਲ ਆ ਰਹੀ ਆ, ਤਾਂ ਮੈਂ ਬਹੁਤ ਆਪਣੇ ਆਪ ਨੂੰ ਬੜਾ ਸਮਝੂੰਗਾ। ਪਰਮਾਤਮਾ ਨੇ ਜੋ ਮੈਨੂੰ ਮਾਣ ਦਿੱਤਾ, ਜੇ ਤੁਸੀਂ ਮੈਨੂੰ ਦੇਖ ਕੇ ਸਿੱਖ ਰਹੇ ਹੋ ਤਾਂ ਬਹੁਤ ਬੜੀ ਤੁਹਾਡੀ ਉਹ ਆ। ਮੈਂ ਤਾਂ ਪਰ ਇਹ ਗੱਲ ਕਹਿਣਾ ਚਾਹੁੰਦਾ, ਜੋ ਕੰਮ ਮੈਂ ਹੁਣ ਕਰ ਰਿਹਾ ਤੁਸੀਂ ਮੇਰੇ ਤੋਂ 50 ਸਾਲ ਪਹਿਲਾਂ ਵੀ ਕਰ ਸਕਦੇ ਸੀ। ਤੁਸੀਂ ਨਵੀਂ ਰੀਤ ਸ਼ੁਰੂ ਕਰ ਦਿੱਤੀ ਹੈ, ਲੋਕਾਂ ਦੇ ਪੈਸੇ ਬਚ ਰਹੇ ਆ। ਤੁਸੀਂ ਦੇ ਰਹੇ ਹੋ 165 ਦਾ ਸੂਟ, 180, 85, 200। ਕਦੇ ਇਹ ਗੱਲਾਂ ਸੁਣੀਆਂ ਨਹੀਂ ਸੀ, ਅਸੀਂ ਤਾਂ ਖੁਦ ਨਹੀਂ ਸੁਣੀਆਂ ਸੀ। 500 ਤੋਂ ਸ਼ੁਰੂ ਹੁੰਦਾ ਸੀ ਸੂਟ, ਪਰ ਤੁਸੀਂ 180, 160, 65 ਤੋਂ ਸ਼ੁਰੂ ਕਰਤਾ। ਸਭ ਕੁਝ ਮਿਲਦਾ ਵੀਰੇ, ਲੋਕਾਂ ਨੇ ਨਜਾਇਜ਼ ਲੁੱਟ ਵਧਾਈ ਹੋਈ ਆ, ਕੁਝ ਨਹੀਂ ਹੈ ਇਹ, ਸਭ ਕੁਝ ਮਿਲਦਾ। ਜੇ ਮੈਨੂੰ ਮਿਲ ਰਿਹਾ ਮੈਂ ਤਾਂ ਵੇਚ ਰਿਹਾ ਜੀ। ਸਭ ਤੋਂ ਬੜੀ ਗੱਲ, ਜਿਹੜੇ ਲੋਕ ਕਹਿੰਦੇ ਨੇ ਸਾਡੀ ਆਪਣੀ ਮੈਨੂਫੈਕਚਰਿੰਗ ਆ, ਅਸੀਂ ਆਏ ਆ ਬੋਆ, ਉਦੋਂ ਬੜਾ ਝੂਠਾ ਕੋਈ ਹੈ ਨਹੀਂ ਜੀ। ਚਾਹੇ ਮੈਂ ਆ, ਅਗਰ ਬਿਨਾਂ ਦਲਾਲੀ ਤੋਂ ਮੈਂ ਕੋਈ ਕੰਮ ਨਹੀਂ ਕਰ ਸਕਦਾ। ਜੇ ਮੇਰੇ ਕੋਲ ਕੋਈ ਡੀਲਰ ਹੋਊਗਾ ਤਾਂ ਮੈਂ ਸੂਟ, ਮੇਰੇ ਕੋਲ ਇੰਨਾ ਟਾਈਮ ਨਹੀਂ ਮੈਂ ਇਕੱਲੀ ਮਸ਼ੀਨ ਤੇ ਖੜਾ ਹਜ਼ਾਰ ਸੂਟ ਤਿਆਰ ਕਰਾਂ। ਮੇਰੇ ਕੋਲ ਇੰਨਾ ਟਾਈਮ ਨਹੀਂ, ਮੇਰੇ ਕੋਲ ਲੱਖਾਂ ਤਰ੍ਹਾਂ ਦੀ ਵੈਰਾਈਟੀ ਪਈ ਆ। ਜੇ ਮੇਰੇ ਕੋਲ ਕੋਈ ਡੀਲਰ ਵਿੱਚ ਹੋਊਗਾ, ਮੇਰੇ ਕੋਲ ਕੋਈ ਏਜੰਟ ਹੋਊਗਾ, ਮੈਂ ਉਹਨੂੰ ਕਹੂੰਗਾ ਮੈਨੂੰ ਆਹ ਚੀਜ਼ ਇੰਨੀ ਦੀ ਤਿਆਰ ਕਰਾ ਕੇ ਦੇ, ਉਹਦੇ ਕੋਲੋਂ ਮੈਂ ਮੈਨੂਫੈਕਚਰਿੰਗ ਕਰਾਊਂਗਾ। ਜੇ ਮੈਂ ਕਹਿੰਦਾ ਮੇਰੀਆਂ ਆਪਣੀਆਂ ਮਸ਼ੀਨਾਂ ਨੇ, ਮੈਂ ਆਪਣੀ ਮੈਨੂਫੈਕਚਰਿੰਗ ਕਰਦਾ, ਮੈਂ ਝੂਠਾ, ਮੈਂ ਸ਼ਰੇਆਮ ਕਹਿੰਦਾ ਮੈਂ ਝੂਠਾ ਹੋਊਂਗਾ ਉਸ ਗੱਲ ਤੇ, ਕਿਉਂਕਿ ਮੇਰੇ ਕੋਲ ਇੰਨਾ ਸਮਾਂ ਨਹੀਂ ਹੈ। ਜੇ ਮੈਂ ਕਹਾਂ ਤੁਹਾਨੂੰ ਮੈਂ ਫਲਾਣੀ ਜਗ੍ਹਾ ਤੇ ਮਾਲ ਲੈ ਕੇ ਜਾਣਾ, ਮੈਂ ਸੂਰਤ ਜਾਣਾ, ਮੈਂ ਫਲਾਣੀ ਜਗ੍ਹਾ, ਮੇਰੇ ਕੋਲ ਇੰਨਾ ਟਾਈਮ ਨਹੀਂ ਹੈ, ਮੈਂ ਫੋਨਾਂ ਤੇ ਕੰਮ ਕਰਦਾ। ਪਰ ਜਦੋਂ ਵੀ ਅਸੀਂ ਜਾਂਦੇ ਆ ਕਿਸੇ ਵੀ ਪਾਸੇ, ਉਹ ਕਹਿੰਦੇ ਅਸੀਂ ਕਹਿੰਦੇ ਕਿਉਂ ਇੰਨਾ ਸਸਤਾ? ਉਹ ਕਹਿੰਦੇ ਵੀ ਲੋਕ ਲੈਂਦੇ ਆ ਹੋਲਸੇਲ, ਸਾਡੇ ਤਾਂ ਸਿੱਧੇ ਮਿੱਲਾਂ ਨਾਲ ਹੱਥ ਭੇੜੇ ਹੋਏ ਆ, ਕੈਸ਼ ਪੈਸੇ ਦੇ ਕੇ ਅਸੀਂ ਲੈ ਕੇ ਆਏ ਨੇ, ਤਾਂ ਕਰਕੇ ਅਸੀਂ ਸਸਤਾ ਦੇ ਰਹੇ ਹਾਂ। ਬਿਲਕੁਲ, ਮੈਂ ਹਕੀਕਤ ਕਹਿੰਦਾ, ਲੋਕਾਂ ਦੀ ਥਿਊਰੀ ਕੀ ਆ? ਏਜੰਟ ਆ ਗਿਆ, ਲਵਾਓ ਇਹਦਾ 5 ਲੱਖ ਰੁਪਇਆ, ਲਵਾਓ ਇਹਦਾ 10 ਲੱਖ ਰੁਪਇਆ। ਉਹ ਜਿਹੜਾ 10 ਲੱਖ 5 ਲੱਖ ਲਵਾਉਣਾ, ਉਹਦਾ ਵਿਆਜ ਵੀ ਪੈਣਾ ਉਹਦੇ ਤੇ, ਉਹ ਏਜੰਟ ਨੇ ਵੀ ਲੈਣਾ ਤੁਹਾਤੋਂ। ਉਹਨੇ ਵੀ ਆਉਣਾ, ਘਰ ਚਲਾਉਣਾ, ਪਰਿਵਾਰ ਚਲਾਉਣਾ, ਉਹਨੇ ਵੀ ਤੁਹਾਡੇ ਤੋਂ ਲੈਣਾ ਹੀ ਆ। ਹੁਣ ਆਪਾਂ ਇੱਥੇ ਪਹੁੰਚ ਚੁੱਕੇ ਆ, ਭਾਈ ਦੇ ਘਰੇ ਆ ਗਏ, ਤੁਸੀਂ ਦੇਖ ਸਕਦੇ ਆ ਇੱਥੇ ਪੂਰਾ ਜਿਹੜਾ ਕਿ ਇਹ ਭਾਜੀ ਅੱਜ ਹੁਣੇ ਆਇਆ ਮਾਲ ਹਜੇ? ਜੀ ਮੇਰੇ ਕੋਲ ਰਾਤ ਕੱਲ ਮਾਲ ਆਇਆ, ਇਹ ਹਲੇ ਸੈੱਟ ਕਰਨ ਦਾ ਸਾਡੇ ਕੋਲ ਸਮਾਂ ਨਹੀਂ, ਇਸ ਕਰਕੇ। ਇਹਦੇ ਵਿੱਚ ਕੀ ਹੈਗੀ ਹੈ ਕੈਟਾਗਰੀਜ਼? ਸਾਰੀ ਕੰਬਲ ਔਰ ਰਜਾਈਆਂ ਦੀ ਵੈਰਾਈਟੀ ਹੈ ਇਹਦੇ ਵਿੱਚ, ਜੋ ਵੀ ਹੈ ਕੰਬਲ ਨੇ, ਰਜਾਈਆਂ ਨੇ, 5 ਕਿਲੋ ਦਾ, 6 ਕਿਲੋ ਦਾ, ਜਿਹੋ ਜਿਹਾ ਮਰਜ਼ੀ ਕੰਬਲ ਲਓ। ਰੇਟ 235 ਰੁਪਏ ਕਿਲੋ ਅੱਜ ਦਾ ਇਹਦਾ। ਮੈਂ ਇਹ ਵੀ ਕਰਕੇ ਵੀ ਇਹਨਾਂ ਦੀ ਫਲਕਚੁਏਸ਼ਨ ਹੁੰਦੀ ਰਹਿੰਦੀ ਹੈ, ਕਦੇ ਵੱਧ ਜਾਂਦੇ ਨੇ, ਕਦੇ ਘਟ ਜਾਂਦੇ ਨੇ। ਅੱਜ ਦਾ ਰੇਟ ਇਹਦਾ 235 ਰੁਪਏ ਕਿਲੋ ਹੈ। ਭਾਜੀ ਇੱਕ ਹੋਰ ਹੈਰਾਨੀ ਵਾਲੀ ਗੱਲ ਆ, ਜਦੋਂ ਵੀ ਕਿਸੇ ਦੁਕਾਨ ਤੇ ਜਾਂਦੇ ਸੀ ਆ ਕਿਲੋਆਂ ਵਾਲਾ ਤਾਂ ਪਤਾ ਹੀ ਨਹੀਂ ਸੀ। ਐਦਾਂ ਹੁੰਦਾ ਸੀ ਆ ਜੀ 1000 ਰੁਪਏ ਦਾ, ਆ 1200 ਦਾ, 1500 ਦਾ। ਪਰ ਤੁਸੀਂ ਜਿਵੇਂ ਹੈ ਨਾ, ਆਪਾਂ ਕਰਿਆਨੇ ਦੀ ਦੁਕਾਨ ਹੁੰਦੀ ਆ, ਹਰ ਇੱਕ ਦੁਕਾਨ ਦੇ ਉੱਤੇ ਤੁਸੀਂ ਕੰਡੇ ਰਖਾ ਦਿੱਤੇ ਆ। ਰਿਤੂ ਕਲੌਥ ਹਾਊਸ ਨੇ ਜਦੋਂ ਵੀਡੀਓ ਪਾਈ ਸੀ, ਤੁਸੀਂ ਕੰਬਲ ਕੱਢ ਕੇ ਤਹਿ ਲਾ ਕੇ ਜੋਕ ਕੇ ਦੱਸਿਆ ਸੀ ਵੀ ਇੰਨਾ ਇਹਦਾ ਵੇਟ ਆ, ਇੰਨੇ ਦਾ ਕੰਬਲ। ਹੁਣ ਸਾਰੇ ਹੀ ਪਾਸੇ ਜਿਹੜੇ ਕਿ ਦੁਕਾਨਾਂ ਨੇ ਕੰਡੇ ਰੱਖ ਲਏ ਆ ਤੇ ਕੰਡਿਆਂ ਤੇ ਰੱਖ ਕੇ ਵੇਚਣੇ ਸ਼ੁਰੂ ਕਰ ਦਿੱਤੇ ਆ। ਜਿਸ ਦਿਨ ਵੀਰ ਜੀ ਤੁਸੀਂ ਮੇਰੇ ਕੋਲ ਪਹਿਲੇ ਦਿਨ ਆਏ ਸੀ, ਮੈਂ ਤੁਹਾਨੂੰ ਇੱਕ ਬਹੁਤ ਬੜੀ ਗੱਲ ਕਹੀ ਸੀ, ਮੈਂ ਉਹਲਾ ਖਤਮ ਕਰਨਾ। ਲੋਕ ਕਹਿੰਦੇ ਸੀ ਹਾਂਜੀ 7 ਕਿਲੋ ਦਾ ਕੰਬਲ ਆ ਜੀ 1700 ਰੁਪਏ ਲੱਗ ਜੂ, 1500 ਰੁਪਏ ਦੇ ਕੇ ਨਿਕਲ ਜਾਂਦਾ ਸੀ। ਨਾ ਕਿਸੇ ਕੋਲ ਜੋਕਣ ਦਾ ਟਾਈਮ ਸੀ, ਨਾ ਕੋਈ ਜੋਕਦਾ ਸੀਗਾ। ਮੈਂ ਕੰਡਾ ਰੱਖਿਆ ਲੋਕਾਂ ਦੀ ਨਿਗਾਹ ਖੋਲਣ ਲਈ। ਮੈਨੂੰ ਜੁੱਕ ਕੇ ਆਉਂਦੇ ਨੇ, ਮੈਂ ਜੁੱਕ ਕੇ ਕਿਉਂ ਨਾ ਵੇਚਾਂ? ਮੈਂ 10 ਰੁਪਏ ਕਿਲੋ, 5 ਰੁਪਏ ਕਿਲੋ ਕਮਾ ਰਿਹਾ, ਮੈਂ ਖੁਸ਼ ਹਾਂ। 5 ਕਿਲੋ ਦਾ ਕੰਬਲ ਨਿਕਲ ਰਿਹਾ, ਇਹਦੇ ਵਿੱਚ ਕੁਝ ਉਹ ਨਹੀਂ ਹੈਗਾ। ਜੇ ਲੋਕਾਂ ਦੇ ਬੱਚੇ ਕਹਿਣ ਲੱਗ ਗਏ ਉੱਥੇ, ਭਾਈ ਉਹ ਵੀ ਜੋ ਕਹਿੰਦੇ ਤੁਹਾਨੂੰ ਜੋਕਣਾ ਪੈਣਾ ਆ। ਲੋਕ ਦੁਖੀ ਨੇ ਇਸ ਗੱਲ ਤੋਂ, ਲੇਕਿਨ ਮੈਂ ਤਾਂ ਇੱਦਾਂ ਹੀ ਵੇਚਣਾ। ਜੋ ਪਰਮਾਤਮਾ ਨੇ ਮੈਨੂੰ ਕੰਮ ਬਖਸ਼ਿਆ, ਮੈਂ ਉਹ 'ਤੇ ਖੜਾ ਹਾਂ, ਉਹ ਉੱਦਾਂ ਹੀ ਵੇਚੂੰਗਾ, ਉੱਦਾਂ ਹੀ ਕਰੂੰਗਾ। ਤੁਸੀਂ ਭਾਈ ਪਹਿਲਾਂ ਵੀਡੀਓ ਪਾਈ ਸੀ, ਉਸ ਤੋਂ ਬਾਅਦ ਹਜ਼ਾਰਾਂ ਹੀ ਲੋਕ ਤੁਹਾਡੇ ਕੋਲ ਰੋਜ਼ਾਨਾ ਆ ਕੇ ਇੱਥੇ ਸ਼ਾਪਿੰਗ ਕਰ ਰਹੇ ਆ। ਮੈਂ ਦੇਖਿਆ ਸੀ ਉੱਤੇ ਪੈਰ ਰੱਖਣ ਨੂੰ ਜਗ੍ਹਾ ਵੀ ਹੈ ਨਹੀਂ ਤੁਹਾਡੀ ਸ਼ਾਪ ਦੇ ਉੱਤੇ। ਤੁਸੀਂ 75 ਰੁਪਏ ਦਾ ਕੰਬਲ ਗਿਆ ਸੀ, ਫਿਰ ਤੁਸੀਂ 99 ਰੁਪਏ ਦੀ ਪੈਂਟ ਸ਼ਰਟ ਗਈ ਸੀ, 150 ਦਾ ਕੁੜਤਾ ਪਜਾਮਾ ਗਿਆ ਸੀ, 180 ਦਾ ਸੂਟ ਗਿਆ ਸੀ। ਮੈਨੂੰ ਅਜੇ ਤੱਕ ਸਾਰੀਆਂ ਆਈਟਮਾਂ ਯਾਦ ਆ। 450 ਤੁਸੀਂ ਕੋਟ ਪੈਂਟ ਵੀ ਕਿਹਾ ਸੀ, 500 ਦਾ ਤੁਸੀਂ ਲਹਿੰਗਾ ਵੀ ਕਿਹਾ ਸੀ। ਸਾਰਾ ਕੁਝ ਦਿੰਨੇ ਆ, ਹੁਣ ਰੇਟ ਵੱਧ ਗਏ ਆ। ਮੈਂ ਕਿਹਾ ਵੀਰ ਜੀ, ਸਭ ਤੋਂ ਪਹਿਲਾਂ ਮੇਰੇ ਲਈ ਗਰੀਬ ਪਰਿਵਾਰ ਨੇ, ਜਿਨ੍ਹਾਂ ਕਰਕੇ ਮੈਂ ਅੱਜ ਰਿਤੂ ਕਲੌਥ ਹਾਊਸ ਉਹਨਾਂ ਨੇ ਹੱਥਾਂ ਤੇ ਚੱਕਿਆ, ਇੰਨਾ ਬੜਾ ਬ੍ਰਾਂਡ ਬਣਾਤਾ, ਇੰਨੀ ਮਸ਼ਹੂਰ ਕਰਤੀ ਦੁਕਾਨ। ਸਭ ਤੋਂ ਪਹਿਲਾਂ ਮੇਰੇ ਲਈ ਗਰੀਬ ਪਰਿਵਾਰ ਨੇ, ਜਿਹੜੇ ਮੇਰੇ ਕੋਲ 150 ਦਾ ਕੁੜਤਾ ਪਜਾਮਾ ਲੈਣੇ ਵਾਲੇ ਨੇ। ਹਾਂ, ਜਿਹਨੇ ਅਰਮਾਨੀ ਦੀ ਸ਼ਰਟ ਪਾਉਣੀ ਹੈ, ਮੇਰੇ ਕੋਲ ਮਹਿੰਗਾ ਵੀ ਲਓ, ਜਿਹੋ ਜਿਹੀ ਮਰਜ਼ੀ ਵੈਰਾਈਟੀ ਲਓ, ਜਿਹੋ ਜਿਹਾ ਮੂੰਹ ਕਹੋਗੇ ਉਹ ਚੀਜ਼ ਦਊਂਗਾ। ਇਹ ਨਹੀਂ ਹੈ ਮੇਰੇ ਕੋਲ 150 ਦਾ ਕੁੜਤਾ ਪਜਾਮਾ ਇਕੱਲਾ, ਉਸ ਤੋਂ ਮਹਿੰਗੀ ਜਿਹੋ ਜਿਹੀ ਮਰਜ਼ੀ ਵੈਰਾਈਟੀ ਮੂੰਹੋਂ ਕੱਢੋਗੇ ਉਹ ਜੀ ਦਊਂਗਾ। ਉਹੀ ਰੇਟਾਂ ਤੇ ਅੱਜ ਵੀ ਦੇ ਰਹੇ ਹੋ? ਸਾਰਾ ਕੁਝ ਦਊਂਗਾ, ਪਰ ਸਭ ਤੋਂ ਪਹਿਲਾਂ ਜਿਨ੍ਹਾਂ ਨੇ ਮੈਨੂੰ ਹੱਥਾਂ ਤੇ ਚੱਕਿਆ ਉਹ ਗਰੀਬ ਪਰਿਵਾਰ ਮੇਰੇ ਲਈ ਪਹਿਲਾਂ ਨੇ, ਜਿਨ੍ਹਾਂ ਨੂੰ 150 ਦਾ ਕੁੜਤਾ ਪਜਾਮਾ ਮਿਲਦਾ ਨਹੀਂ ਸੀ ਬਾਜ਼ਾਰੋਂ, ਮੈਂ ਉਹਨਾਂ ਨੂੰ ਪਹਿਲਾਂ ਦਊਂਗਾ। 99 ਦੀ ਵੀ ਪੈਂਟ ਸ਼ਰਟ ਜਿਹੜੀ ਦੇਣ ਲੈਣ ਨੂੰ ਚੱਲਦੀ ਸੀ, ਉਹ ਵੀ ਦਊਂਗਾ ਉਹਨਾਂ ਨੂੰ। ਲੋਕੀ ਤਾਂ ਯਕੀਨ ਹੀ ਨਹੀਂ ਕਰ ਰਹੇ ਸੀ, ਉਹ ਸਾਨੂੰ ਵੀ ਕਹਿੰਦੇ ਤੁਸੀਂ ਫੇਕ ਪਾਈ ਜਾਂਦੇ ਹੋ। ਮੇਰੇ ਖਿਆਲ ਤੁਹਾਨੂੰ ਵੀ ਪੁੱਛਦੇ ਹੋਣੇ ਵੀ ਇੰਨਾ ਦੇ ਦਊਂਗੇ ਤੁਸੀਂ? ਮੈਨੂੰ ਬਹੁਤ ਫੋਨ ਆਏ ਨੇ ਵੀ ਜੀ ਸੱਚ ਆ ਇਹ। ਮੈਂ ਇੱਕ ਆਪਣੇ ਦੇਸ਼ ਦੀ ਜਨਤਾ ਵੀਰੇ ਇੰਨੀ ਕੁ ਭੋਲੀ ਆ, ਉਹਨਾਂ ਨੂੰ ਕੁਝ ਨਹੀਂ ਪਤਾ। ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਕੰਬਲ ਜੁੱਕ ਕੇ ਵਿਕਦੇ ਨੇ। ਮੇਰੇ ਖਿਆਲ ਨਾਲ ਮੈਂ ਤਾਂ, ਮੇਰੀ ਉਮਰ ਸਾਰੀ 27 ਸਾਲ ਆ,
ਮੈਨੂੰ ਇੰਨੀ ਨੌਲੇਜ ਹੈ ਨਹੀਂ, ਮੈਂ ਆਪ ਖੁਦ ਕਹਿਣਾ ਮੈਨੂੰ ਇੰਨੀ ਕੱਪੜੇ ਦੀ ਨੌਲੇਜ ਹੈ ਨਹੀਂ, ਬਜਾਜੀ ਆ ਇਹ, ਬੇਅੰਦਾਜ਼ੀ ਹੁੰਦੀ ਆ। ਭਾਈ ਤੁਸੀਂ 2-4 ਸਾਲ ਤੋਂ ਆਏ ਆ ਤੇ ਤੁਸੀਂ 70 ਸਾਲ ਵਾਲਿਆਂ ਨੂੰ ਪੜ੍ਹਨੇ ਪਾ ਦਿੱਤਾ, ਇਹ ਇੰਨੀ ਜਲਦੀ ਕਿੱਦਾਂ ਇੰਨਾ ਕੁਝ ਸਮਝ ਗਏ ਤੁਸੀਂ? ਜਦੋਂ ਮੈਂ ਇਸ ਕੰਮ ਦੇ ਵਿੱਚ ਪਿਆ ਜਾਂ ਮੈਂ ਦੇਖਿਆ ਵੀ ਲੋਕ ਮਾਰਜਨ ਇੰਨਾ ਲੈ ਰਹੇ ਨੇ, ਉਹਦਾ ਫਾਇਦਾ ਕੀ ਆ? ਦੇਣਾ ਤਾਂ ਉਰੀ ਦੇਣਾ ਪੈਣਾ ਤੁਹਾਨੂੰ, ਨਾਲ ਤਾਂ ਕੁਝ ਨਹੀਂ ਲੈ ਕੇ ਜਾਣਾ। ਮੈਂ ਘੱਟ ਕਮਾਈ ਕਰਕੇ ਵੀ ਖੁਸ਼ ਹਾਂ। ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਅਸੀਂ ਕੈਸ਼ ਕੰਮ ਕਰਦੇ ਹਾਂ, ਕੈਸ਼ ਕੰਮ ਮੇਰਾ ਕਿਸੇ ਦਾ ਆਧਾਰ ਨਹੀਂ ਲੱਗਿਆ ਹੋਇਆ, ਤਾਂ ਕਰਕੇ ਅਸੀਂ ਖੁਸ਼ ਹਾਂ ਜੀ। ਭਾਜੀ ਕੋਈ ਦਿਖਾਓ ਸਾਨੂੰ ਅੱਜ, ਕਿਉਂਕਿ ਸਾਡੇ ਦਰਸ਼ਕ ਤਾਂ ਇਹ ਕਹਿੰਦੇ ਸੀ ਵੀ ਰਿਤੂ ਕਲੋਥ ਹਾਊਸ ਨੇ ਵੱਡਾ ਕੰਮ ਕਰਕੇ ਦਿਖਾਇਆ, ਵੀ ਸਾਨੂੰ ਤੁਸੀਂ ਹੈ ਨਾ ਵੈਰਾਈਟੀ ਦਿਖਾਓ, ਪ੍ਰਾਈਸ ਦੱਸੋ, ਹੋਰ ਕੀ ਨਵਾਂ ਆਇਆ। ਸੋ ਭਾਜੀ ਅੱਜ ਦੀ ਤੁਸੀਂ ਕੀ ਸਾਨੂੰ ਵੈਰਾਈਟੀ ਤੇ ਕੀ ਪ੍ਰਾਈਸ ਤੁਸੀਂ ਦਿਖਾਉਣੇ ਹੈਗੇ, ਕਿਉਂਕਿ ਲੋਕਾਂ ਨੇ ਤੁਹਾਡੇ ਤੇ ਬੜਾ ਵਿਸ਼ਵਾਸ ਕੀਤਾ ਹੋਇਆ ਇਸ ਵਕਤ। ਬਿਲਕੁਲ ਜੀ ਬਿਲਕੁਲ। ਮੈਂ ਤਾਂ ਇੱਕ ਛੋਟੇ ਜਿਹੇ ਗੋਦਾਮ 'ਚ ਲੈ ਕੇ ਆਇਆ ਆਪਣੇ, ਤੇ ਦੁਕਾਨ ਤੁਸੀਂ ਮੇਰੀ ਦੇਖ ਲਈ, ਜਿਹੜਾ ਐਕਸਟਰਾ ਮਾਲ ਪਿਆ ਹੁੰਦਾ ਮੇਰਾ ਘਰੇ ਪਿਆ ਹੁੰਦਾ, ਚਾਹੇ ਮੇਰੇ ਕੋਲ ਕੋਈ NRI ਆਵੇ, ਚਾਹੇ ਕੋਈ ਗਰੀਬ ਪਰਿਵਾਰ ਦਾ ਆਵੇ, ਚਾਹੇ ਕੋਈ ਮਿਡਲ ਕਲਾਸ ਆਵੇ। ਮੈਂ ਸ਼ੁਰੂ ਤੋਂ ਇੱਕ ਗੱਲ ਕਹੀ ਆ, ਮੈਂ ਕੱਪੜੇ ਦੇਖ ਕੇ ਲੋਕਾਂ ਦੇ ਰੇਟ ਨਹੀਂ ਲਾਉਂਦਾ, ਕੱਲੇ ਸੂਟ ਦੇ ਉੱਤੇ ਮੇਰਾ ਰੇਟ ਲੱਗਿਆ ਹੋਇਆ। ਮੈਂ ਇਹ ਨਹੀਂ ਹੈਗਾ ਵੀ NRI ਆ ਗਿਆ ਇਹਨੂੰ 200-300 ਵੱਧ ਲੈ ਲਓ, ਕੋਈ ਫਰਕ ਨਹੀਂ ਪੈਣਾ, ਡਾਲਰਾਂ 'ਚ ਕਮਾਈ ਕਰਦੇ ਆ। ਉੱਥੇ ਕਮਾਉਣੇ ਬਹੁਤ ਔਖੇ ਨੇ, ਸਾਰਾ ਦਿਨ ਬਰਫ਼ ਦੇ ਵਿਚਾਰੇ ਰਹਿੰਦੇ ਨੇ, ਜਾਂ ਕੋਈ ਗੱਡੀ ਚਲਾਉਂਦਾ, ਬਹੁਤ ਔਖੀ ਹੈ ਕਮਾਈ ਕਰਨੀ। ਮੈਂ ਉਹਨਾਂ ਦੇ ਵੀ ਹੱਕ ਦੇ ਵਿੱਚ ਲੈ ਕੇ ਆਇਆ। ਭਾਈ ਮੈਂ ਤੁਹਾਡੀ ਦੁਕਾਨ ਤੇ ਦੇਖ ਰਿਹਾ ਤੁਸੀਂ ਤਾਂ ਆਪਣਾ ਸਟਾਫ ਵੀ ਫੁੱਲ ਟ੍ਰੇਨਡ ਕੀਤਾ ਹੋਇਆ ਆ, ਉਹ ਪੂਰੇ ਪੈਸੇ ਲੱਗੇ। ਪਰ ਹੈਰਾਨੀ ਵਾਲੀ ਗੱਲ ਇਹ ਆ ਵੀ ਜੇਕਰ ਕੋਈ ਵੀ ਸੂਟ ਤੁਸੀਂ ਦਿੰਦੇ ਹੋ, ਤੁਸੀਂ ਐਗਜ਼ਾਮਪਲ ਕਹਿ ਦਿੰਦੇ ਹੋ 180 ਰੁਪਏ, ਤੇ ਕੋਈ ਵੀ ਕਸਟਮਰ ਤੁਹਾਡਾ 175 ਵੀ ਨਹੀਂ ਕਹਿੰਦਾ, 180 ਦੇ ਕੇ ਚੁੱਪ ਕਰਕੇ ਚਲੇ ਜਾਂਦਾ। ਜੀ ਕਸਟਮਰ ਨੂੰ ਪਤਾ ਲੱਗ ਗਿਆ ਅੱਗੇ, ਪਹਿਲਾ ਦਿਨ ਤੋਂ ਕੀ ਥਿਊਰੀ ਸੀਗੀ, ਬੱਚਾ ਕਹਿਣ ਲੱਗੂਗਾ ਵੀ 180 ਦਾ ਰਿਤੂ ਕਲੌਥ ਦਾ ਸੂਟ ਮਿਲਦਾ, ਉਹ ਕਹਿਣ ਲੱਗ ਗਿਆ। ਅਗਰ ਕੋਈ ਅਗਲਾ ਰੇਟ ਵੱਧ ਦੱਸਦਾ, ਅਗਲਾ ਕਹਿੰਦਾ ਉਹ ਯਾਰ ਤੂੰ ਜਾ 180 ਦਾ ਰਿਤੂ ਕਲੌਥ ਵਾਲੇ ਦਿੰਦੇ ਨੇ, ਹੁਣ ਦੇਣਾ ਪੈਂਦਾ। ਕੰਡੇ ਵੀ ਰਖਾਏ ਨੇ, ਲੋਕਾਂ ਨੇ ਕਿਹਾ ਵੀ ਜਦ ਕਹਿਣ ਲੱਗੇ ਨਾ ਪਹਿਲਾਂ 1200 ਦਾ ਕੰਬਲ ਅਗਲਾ ਜੋਕ ਕੇ ਦਿਖਾ, ਉਹਨਾਂ ਨੂੰ ਹੱਥਾਂ ਪੈਰਾਂ ਦੀਆਂ ਪੈ ਗਈਆਂ, ਹੁਣ ਕੰਡਾ ਕਿੱਥੋਂ ਲੈ ਕੇ ਆਈਏ? ਰਿਤੂ ਕਲੌਥ ਉਹਦੀ ਨਵੀਂ ਵਿਪਤਾ ਪਾਤੀ, ਉਹਨਾਂ ਨੂੰ ਕੰਡੇ ਰੱਖਣੇ ਪੈ ਗਏ। ਬੱਚੇ ਨੇ ਕਹਿਣ ਲਾਇਆ, ਮੈਂ ਨਹੀਂ ਲਾਏ, ਮੈਂ ਤਾਂ ਆਪਣਾ ਕੰਮ ਕੀਤਾ, ਆਪਣਾ ਕਰਮ ਕੀਤਾ ਜੋ ਪਰਮਾਤਮਾ ਨੇ ਬਖਸ਼ਿਆ। ਬੱਚੇ ਨੇ ਕਹਿਣ ਲਾਏ ਨੇ ਇਹ ਵੀ ਤੋਲ ਕੇ ਦੋ ਇਹ ਵੀ ਸਮਾਨ। ਅੱਜ ਨਾ ਦੁਬਾਰਾ ਆਪਾਂ ਉਹ ਵੀ ਵੈਰਾਈਟੀ ਦੇਖਣੀ ਪਹਿਲੇ ਦਿਨ ਵਾਲੀ, ਕਿਉਂਕਿ ਕਈ ਸਾਡੇ ਨਾਲ ਦਰਸ਼ਕ ਨਵੇਂ ਵੀ ਜੁੜੇ ਹੋਣੇ, ਉਹਨਾਂ ਨੂੰ ਦੱਸੇ। ਪਰ ਪਹਿਲਾਂ ਤੁਸੀਂ ਆਪਣੀ ਮਰਜ਼ੀ ਨਾਲ ਜਿਹੜੇ ਨਵੀਂ ਵੈਰਾਈਟੀ ਹੈ, ਜੋ ਵੀ ਤੁਸੀਂ ਦਿਖਾਉਣਾ ਚਾਹੋ ਸਾਨੂੰ ਦਿਖਾਓ। ਮੇਰੇ ਜੋ ਮੂਰੇ ਆ ਰਿਹਾ ਮੈਂ ਕੋਈ ਉਹ ਨਹੀਂ ਖੋਲ ਰਿਹਾ। ਜਿਵੇਂ ਆਹ ਦੇਖੋ ਸੂਟ ਹੈ ਕਰੇਵ ਦੇ ਉੱਤੇ ਹੈਂਡ ਵਰਕ ਹੋਇਆ, 340 ਰੁਪਏ ਦਾ ਦਊਂਗਾ ਜੀ। ਆ ਦੁਪੱਟਾ ਨਾਲ ਆ, ਪੂਰੇ ਸੂਟ ਦੇ ਉੱਤੇ ਵਰਕ ਹੋਇਆ। ਇਹਦੇ ਵਿੱਚ ਕਲਰ ਜਿੰਨੇ ਮਰਜ਼ੀ ਭਾਜੀ ਕਲਰ ਮਿਲ ਜਾਣਗੇ, 4-5 ਕਲਰ ਮਿਲਦੇ ਹੁੰਦੇ ਨੇ। ਇੱਕ ਹੋਰ ਗੱਲ ਕਹਿਣਾ ਚਾਹੁੰਦਾ, ਵੈਰਾਈਟੀ ਆ ਹਰ ਟਾਈਮ ਚੇਂਜ ਹੁੰਦੀ ਰਹਿੰਦੀ ਹੈ ਜੀ। ਇਸ ਟਾਈਮ ਮੇਰੇ ਕੋਲ ਇਹ ਅਵੇਲੇਬਲ ਆ, ਕਿਸੇ ਟਾਈਮ ਮੇਰੇ ਕੋਲ ਕੁਛ ਆ ਜਾਂਦਾ, ਕਿਸੇ ਟਾਈਮ ਕੁਛ ਆ ਜਾਂਦਾ। ਆਪਾਂ ਇੱਕ ਚੀਜ਼ ਤੇ ਵੀ ਖੜੇ ਨਹੀਂ ਰਹਿਣਾ, ਸਮੇਂ ਦੇ ਨਾਲ ਹਰ ਇੱਕ ਚੀਜ਼ ਬਦਲਦੀ ਹੈ ਜੀ। ਇਹ ਮਾਰਕੀਟ 'ਚ ਕੀ ਰੇਟ ਹੋਊਗਾ ਇਹਦਾ? ਵੀਰੇ 500 ਲੱਗੀ ਲਗੋਚਰ ਆ, 700 ਦਾ ਵੀ ਵੇਚਣੇ ਵਾਲੇ ਬੈਠੇ ਨੇ। ਜਿਨ੍ਹਾਂ ਦੇ ਵੇਚਣੀ 4 ਸੂਟ ਨੇ, ਉਹਨਾਂ ਨੂੰ 4 ਸੂਟ ਵੇਚ ਕੇ ਤੁਹਾਡੇ ਵੀ ਗਾਹਕ ਸੋਹਣੇ ਹੋਣ ਲੱਗ ਪਏ, ਤੁਸੀਂ ਵੀ 50-60 ਰੁਪਏ ਵਧਾ ਦਿਓ। ਮਤਲਬ ਹੀ ਨਹੀਂ ਉਹਦਾ ਕੀ ਫਾਇਦਾ ਵੀਰੇ? ਪਰਮਾਤਮਾ ਨੂੰ ਜਾਣ ਦੇਣੀ ਆਖਿਰ ਨੂੰ, ਉਦੋਂ ਵੀ ਆਹ ਕੰਮ ਨਹੀਂ ਕਰ ਹੁੰਦਾ, ਸਾਤੋਂ ਨਹੀਂ ਕਰ ਹੁੰਦਾ ਵੀਰੇ। ਪਰ ਭਾਈ ਬੜੇ ਔਖਾ ਆ ਇਹ ਸਮਝਣਾ, ਤੁਹਾਡਾ ਐਡਾ ਸਟੋਰ ਹੈਗਾ, ਇੰਨੇ ਲੋਕ ਕੰਮ ਕਰ ਰਹੇ ਆ, ਪਰ 15 ਰੁਪਏ ਤੇ ਕਮਾਈ ਕਰਕੇ ਇੱਕ ਸੂਟ ਪਿੱਛੇ 15 ਰੁਪਏ ਕਮਾਉਣਾ, ਇਹ ਥੋੜਾ ਜਿਹਾ ਤੁਹਾਨੂੰ ਲੱਗਦਾ ਨਹੀਂ ਔਖਾ ਕੰਮ ਆ? ਵੀਰੇ ਕੁਛ ਔਖਾ ਨਹੀਂ, ਜੇ ਤੁਸੀਂ ਤਾਂ ਆਪਣੀ ਸੋਚ ਵਧੀਆ ਰੱਖੋ, ਨੀਤ ਸਾਫ਼ ਰੱਖੋ, ਕੁਛ ਔਖਾ ਨਹੀਂ। ਦੁਨੀਆ ਤੇ ਕੋਈ ਇਹੋ ਜਿਹਾ ਕੰਮ ਨਹੀਂ ਹੈਗਾ। ਹਾਂ ਦੇਖੇ ਤੇ ਘਟਾਉਣ, ਮੈਂ ਹੁਣ ਸੂਟ ਪਾਤਾ, ਹੁਣ ਕਈ ਮਹਾਪੁਰਸ਼ ਆਪਣੇ ਇੱਦਾਂ ਵੀ ਬੈਠੇ ਨੇ ਪੂਰੇ ਪੰਜਾਬ ਦੇ ਵਿੱਚ, ਜਲੰਧਰ, ਦਿੱਲੀ, ਜਿੱਥੇ ਮਰਜ਼ੀ ਬੈਠੇ, ਉਹਨਾਂ ਨੇ ਕਹਿਣਾ ਵੀ 10 ਰੁਪਏ ਸਸਤਾ ਹੋਰ ਦੇ ਦਾਂਗੇ। ਯਾਰ ਤੁਸੀਂ ਇੱਕ ਤੋਂ ਕਮਾ ਲਓ, ਸਭ ਤੋਂ ਘਟਾਓ, ਸਵਾਦ ਤਾਂ ਹੈ। ਮੇਰੇ ਬਰਾਬਰ ਖੜੋ, ਮੈਂ ਵੀ ਕਮਾਈ ਕਰ ਰਿਹਾ, ਤੁਸੀਂ ਵੀ ਕਰ ਲਓ, ਬਰਾਬਰ ਖੜੋ। ਜਦ ਹਰ ਇੱਕ ਕੱਲੀ ਚੀਜ਼ ਚੋਂ ਘਟਾਓ, ਲੋਕਾਂ ਦਾ ਫਾਇਦਾ ਹੋਣਾ ਚਾਹੀਦਾ। ਲੋਕਾਂ ਦਾ ਫਾਇਦਾ ਹੋਣਾ। ਚਲੋ ਭਾਜੀ ਤੁਸੀਂ ਤਾਂ ਪਤਾ ਨਹੀਂ, ਪਰ ਮੈਂ ਚਾਹੁੰਦਾ ਜਿਹੜੇ ਮੈਨੂੰ ਦੱਸਦੇ ਤੁਸੀਂ ਉਹੀ ਦੱਸੋ। ਜਿਵੇਂ ਆਹ ਸੂਟ ਹੈਗੇ, ਇਹਨਾਂ ਦੇ ਵੀ ਦੱਸੋ ਕੀ ਪ੍ਰਾਈਸ? ਇੱਕ ਗੱਲ ਮੈਂ ਤੈਨੂੰ ਹੋਰ ਦੱਸਦਾ, ਮੈਂ ਸਭ ਤੋਂ ਪਹਿਲਾਂ ਕਹੀ ਸੀ ਬਜਾਜੀ ਹੈ ਵੀਰ ਜੀ। ਇਹ ਲੋਕ ਬਹੁਤ ਕਹਿੰਦੇ ਨੇ ਅਸੀਂ ਕੱਪੜਾ, ਮੇਰੇ ਕੋਲ ਜੇ 50 ਕਸਟਮਰ ਆਇਆ, ਉਹਨਾਂ ਨੂੰ ਮੈਂ 30 ਨੂੰ ਕਿਹਾ ਤੁਸੀਂ ਕੱਪੜੇ ਦਾ ਕੰਮ ਕਰ ਸਕਦੇ ਹੋ, 20 ਨੂੰ ਮੈਂ ਜਵਾਬ ਦਿੱਤਾ। ਮੇਰਾ ਮੇਨ ਮਕਸਦ ਲੁੱਟਣਾ ਨਹੀਂ ਹੈਗਾ। ਮੈਂ ਹਰੇਕ ਨੂੰ ਇਹ ਗੱਲ ਕਹਿਣਾ, ਜੇ ਤੁਹਾਨੂੰ ਨੌਲੇਜ ਆ ਤਾਂ ਕੰਮ ਨੂੰ ਹੱਥ ਪਾਇਓ। ਮੇਰੀ ਜਗ੍ਹਾ ਕੋਈ ਹੋਰ ਹੋਵੇ ਉਹਨਾਂ ਆਓ, ਕੋਈ ਨਹੀਂ, ਸਾਨੂੰ ਪੈਸੇ ਤੁਸੀਂ ਐਲਾਨ ਕੀਤਾ ਸੀ ਪਿਛਲੀ ਵਾਰੀ ਵੀ ਨਵਾਂ ਕੰਮ ਸ਼ੁਰੂ ਕਰਨ ਵਾਲਿਆਂ ਨੂੰ ਮਦਦ ਕਰਾਂਗੇ। ਤੁਸੀਂ ਕਿਹਾ ਸੀ ਮੈਂ ਵੀ ਨਵਾਂ ਆ, ਪਰ ਜੇ ਕਿਸੇ ਵੀਰ ਭਰਾ ਨੇ ਆਉਣਾ, ਉਹ ਆ ਜਾਓ, ਮੈਂ ਉਹਨਾਂ ਦੀ ਪੂਰੀ ਮਦਦ ਕਰਾਂਗਾ। ਨਵੇਂ ਕੰਮ ਕਿੰਨੇ ਕਦੇ ਸ਼ੁਰੂ ਕਰਾਏ ਤੁਸੀਂ? ਵੀਰੇ ਪਹਿਲੀ ਗੱਲ ਤਾਂ ਇਹ, ਜਿਹਨੂੰ ਨੌਲੇਜ ਆ ਉਹ ਕੰਮ ਕਰਨ ਦੇ ਹੱਥ ਪਾਵੇ। ਜਿਹਨੂੰ ਨੌਲੇਜ ਨਹੀਂ ਹੈਗੀ, ਲੋਕ ਕੀ ਕਰਦੇ ਨੇ, ਕਹਿ ਦਿੰਦੇ ਨੇ ਆਓ ਸਾਡੇ ਕੋਲ ਨਵਾਂ ਕੰਮ ਕਰਾਵਾਂਗੇ, ਲੁੱਟ ਕੇ ਰੱਖ ਦਿੰਦੇ ਨੇ। 75 ਰੁਪਏ ਦਾ ਸੂਟ ਵੇਚ ਦਿੰਦੇ ਨੇ, ਉਹ 'ਚ ਕੱਪੜਾ ਵੀ ਪੂਰਾ ਹੈ। ਅਗਲੇ ਨੂੰ ਦੱਸੋ, ਤੁਸੀਂ ਦੱਸੋ। ਆਹ ਹੁਣ ਮੈਂ ਬਜਾਜੀ ਦੀ ਗੱਲ ਕਰਨ ਲੱਗਿਆ ਜੀ। ਆਹ ਸੂਟ ਆ ਜੀ, ਠੀਕ ਆ ਜੀ, ਆਹ ਦੁਪੱਟਾ ਇਹਦਾ, ਆਹ ਸੂਟ ਆ, ਠੀਕ ਆ ਜੀ, ਆਹ ਦੁਪੱਟਾ ਡਿਜੀਟਲ ਦੁਪੱਟਾ। ਇਹਦਾ ਰੇਟ ਸੀਗਾ ਪਹਿਲਾਂ, ਮੈਂ ਆਪ ਵੇਚਿਆ ਇਹ 400 ਰੁਪਏ ਦਾ ਰੇਟ ਵੇਚਿਆ, ਹੁਣ 50 ਰੁਪਏ ਘੱਟ ਕੇ ਆ 350 ਰੁਪਏ ਦੂੰਗਾ ਜੀ, ਠੀਕ ਆ ਜੀ। ਹੁਣ ਬਜਾਜੀ ਦੀ ਗੱਲ ਕਰਦੇ ਆ, ਡਿਜ਼ਾਈਨ ਸੇਮ, ਸਿਰਫ ਕੱਪੜੇ ਦਾ ਫਰਕ ਆ ਜੀ, ਠੀਕ ਆ ਜੀ। ਹੈਗਾ 500 ਰੁਪਏ ਦਾ, ਇਹਨੂੰ ਬਜਾਜੀ ਕਹਿੰਦੇ ਨੇ ਜੀ। ਇਹਨੂੰ ਵੀਰੇ ਬਜਾਜੀ ਬੀਜੀ ਸਟੱਫ ਦਾ ਫਰਕ ਆ, ਇਹਨੂੰ ਬਜਾਜੀ ਤਾਂ ਹੀ ਕਹਿੰਦੇ ਨੇ, ਬਜਾਜੀ ਬੇਅੰਦਾਜ਼ੀ, ਆਹ ਸਟੱਫ ਦਾ ਫਰਕ ਆ। ਦੇਖ ਸਕਦੇ ਆ ਵੀ ਦੇਖਣ ਨੂੰ ਵੀ ਸੇਮ ਆ, ਚਲੋ ਕਲਰ ਦਾ ਡਿਫਰੈਂਸ ਹੈਗੇ, ਵੈਸੇ ਬਟਨ ਜਿਹੜੇ ਲੱਗੇ ਆ ਸੇਮ ਬਣੀ ਹੋਈ ਸਾਰਾ ਕੁਝ ਸੇਮ ਆ, ਪਰ ਆਹ ਸੂਟ 350 ਰੁਪਏ ਦਾ ਆ, ਇਹ 500 ਇਹ 500 ਰੁਪਏ ਦਾ। ਸੋ ਦੇਖਣ ਨੂੰ ਇਹੀ ਆ, ਜਦੋਂ ਤੁਸੀਂ ਹੋਰ ਕਿਸੇ ਦੁਕਾਨ ਤੇ ਜਾਂਦੇ ਆ ਤਾਂ
ਸਾਨੂੰ ਆਹ ਹੀ ਸੂਟ ਭਾਵੇਂ 550 ਦਾ ਵੀ ਕਹਿ ਦਿੱਤਾ ਤੁਸੀਂ ਕਹਿਣਾ ਸਸਤਾ ਆ, ਪਰ ਇਹ ਰਿਤੂ ਕਲੌਥ ਤੋਂ ਭਾਜੀ ਵੱਲੋਂ ਇੱਕੋ ਹੀ ਗੱਲ ਆ ਵੀ ਜਿਹੜਾ ਸਭ ਤੋਂ ਪਹਿਲਾਂ ਇਹਨਾਂ ਨੇ ਪਾਰਦਰਸ਼ੀ ਲਿਆ ਦਿੱਤੀ ਆ ਪੂਰੇ ਪੰਜਾਬ 'ਚ ਦੁਕਾਨਾਂ ਦੇ। ਹੁਣ ਕੰਡੇ ਵੀ ਰੱਖ ਹੋਣੇ ਸ਼ੁਰੂ ਹੋ ਗਏ ਆ। ਕਦੇ ਤੁਸੀਂ ਇਹ ਨਹੀਂ ਸੁਣਿਆ ਹੋਣਾ ਵੀ 117 ਪੈਂਟਾਂ ਦਾ 80 ਦਾ 190 ਰੁਪਏ ਦਾ ਸੂਟ ਹੈ ਇਹਨਾਂ ਨੇ ਦੇ ਦਿੱਤਾ। 150 ਰੁਪਏ ਦਾ ਕੁੜਤਾ ਪਜਾਮਾ ਤਾਂ ਮੇਰੇ ਖਿਆਲ ਨਾਲ ਸੁਣਿਆ ਹੀ ਨਹੀਂ ਸੀ ਪੰਜਾਬ 'ਚ, ਪਹਿਲਾਂ ਐਲਾਨ ਹੀ ਨਹੀਂ ਕਰ ਦਿੱਤਾ। 75 ਰੁਪਏ ਦਾ ਕੰਬਲ, ਇਹ ਚੀਜ਼ਾਂ ਕਦੇ ਕਿਸੇ ਨੇ ਸੁਣੀਆਂ ਨਹੀਂ ਸੀ, ਪਰ ਇਹਨਾਂ ਨੇ ਕਈਆਂ ਵੀ ਤੇ ਕਰਕੇ ਵੀ ਦਿਖਾਤੀਆਂ। ਹੁਣ ਇਹਨਾਂ ਦੇ ਪਿੱਛੇ ਲੱਗ ਕੇ ਬਹੁਤ ਸਾਰੇ ਕਰ ਵੀ ਰਹੇ ਆ, ਪਰ ਚਲੋ ਵਧੀਆ ਗੱਲ ਆ ਕਿਸੇ ਦੇ ਨਾਲ ਵੀ ਜੁੜ ਕੇ ਕਰਨਾ ਜਾਂ ਕਿਸੇ ਦੇ ਨਾਲ ਕਰਕੇ ਕਰਨਾ, ਪਰ ਲੋਕਾਂ ਦਾ ਫਾਇਦਾ ਹੋ ਰਿਹਾ ਆ। ਹੋਰ ਕੀ ਬਈ ਗਰਮ ਸੂਟਾਂ ਦਾ ਵੀ ਇਸ ਵੇਲੇ ਕਾਫੀ ਹੈਗਾ ਭਰਮਾਰ ਲੱਗੀ ਪਈ ਆ। ਜੋ ਮੈਂ ਕਿਹਾ ਸੀ 235 ਤੋਂ ਸਟਾਰਟ ਆ, ਉਸੇ ਤਰ੍ਹਾਂ ਦੇ ਰੇਟ ਨੇ ਜੀ, ਉਹੀ ਚੀਜ਼ਾਂ ਮਿਲਣਗੀਆਂ ਜੀ। ਮਹਿੰਗਾ ਜਿਹੋ ਜਿਹਾ ਮਰਜ਼ੀ ਲੈ ਲਓ, ਜਿਹੋ ਜੀ ਮੂੰਹੋਂ ਵੈਰਾਈਟੀ ਕਹੂਗਾ ਵੀ ਸਾਨੂੰ ਇੰਨੀ ਕੁ ਰੇਂਜ ਵਾਲੀ ਚੀਜ਼ ਚਾਹੀਦੀ ਹੈ, ਹਾਜ਼ਰ ਆ ਮੇਰੇ ਕੋਲ, ਕੋਈ ਆਪਣੇ ਕੋਲ ਨਹੀਂ ਹੈਗਾ। ਆਹ ਦੇਖੋ ਜੀ, ਹੁਣ ਮੇਰੇ ਮੂਹਰੇ ਆ ਰਿਹਾ, ਆਹ ਧਾਗਾ ਲੱਗੀਆਂ ਹੋਈਆਂ ਨੇ, ਇਹ ਪਿਓਰ ਪਸ਼ਮੀਨੇ ਦੇ ਵਿੱਚ ਹੈ, 350 ਦੀ ਰੇਂਜ ਆ ਸਟਾਲ ਨਾਲ, ਠੀਕ ਹੈ ਜੀ। ਵੀ ਦਿਖਾ ਦਿਓ ਇਹ ਕੀ ਜੀ ਬੈਗ ਭਰੇ ਪਏ ਨੇ, ਇਹਦੇ ਵਿੱਚ ਕਿਹੜੇ ਕਿਹੜੇ ਹੁੰਦੇ ਡਿਜ਼ਾਈਨ? ਆਹ ਦੇਖੋ ਜੀ, ਕੋਈ 480 500 700 800 1000 ਜਿਹੋ ਜੀ ਮਰਜ਼ੀ ਰੇਂਜ ਲਾਓ। ਇਹੋ ਜਿਹੀ ਤੁਹਾਨੂੰ ਸਟਾਈਲਿਸ਼ ਆਈਟਮਾਂ ਦਊਂਗਾ ਤੁਹਾਨੂੰ, ਜਿਹੋ ਜੀ ਤੁਸੀਂ ਚੀਜ਼ ਕਹੋਗੇ ਉਹੋ ਜੀ ਚੀਜ਼ ਮਿਲੂਗੀ। 235 ਰੁਪਏ ਤੋਂ ਸਟਾਰਟ ਹੈਗਾ ਗਰਮ ਸੂਟ। 235 ਰੁਪਏ 200 ਤੋਂ ਵੀ ਹੈਗਾ ਮੇਰੇ ਕੋਲ ਸਟਾਰਟ, ਬਿਨਾਂ ਸਟਾਲ ਤੋਂ ਲੈਣਾ। ਮੈਂ ਕਈ ਚੀਜ਼ਾਂ ਨਹੀਂ ਦਿਖਾ ਸਕਦਾ ਉਰੇ, ਨਾ ਮੇਰੇ ਕੋਲ ਯਾਦ ਰਹਿੰਦੀਆਂ ਨੇ, ਨਾ ਤੱਕ 200 ਰੁਪਏ ਤੋਂ ਆਲ ਓਵਰ ਸੂਟ ਸਟਾਰਟ ਆ ਮੇਰੇ ਕੋਲ, 235 ਤੋਂ ਸਟਾਲ ਨਾਲ ਸਟਾਰਟ ਆ ਜੀ। ਹਾਂਜੀ ਸਭ, ਬਾਕੀ ਸਾਰੀ ਜਿਹੋ ਜੀ ਮਰਜ਼ੀ ਵੈਰਾਈਟੀ ਕਹੋਗੇ ਉਹੋ ਜੀ ਮਿਲੂਗੀ। ਬਾਕੀ ਜਦੋਂ ਤੁਸੀਂ ਕਿਸੇ ਵੀ ਦੁਕਾਨ ਤੇ ਆਉਨੇ ਹੋ, ਸ਼ਾਪਿੰਗ ਕਰਨ ਜਾਂਦੇ ਆ, ਤੁਹਾਨੂੰ ਉਸ ਦਾ ਵਿਸ਼ਵਾਸ ਹੋਣਾ ਬਹੁਤ ਜ਼ਰੂਰੀ ਆ। ਇਹਨਾਂ ਨੇ ਸਾਰਾ ਕੁਝ ਪਾਰਦਰਸ਼ੀ ਨਾਲ ਕਰ ਦਿੱਤਾ। ਸਾਰੇ ਜਿਹੜੇ ਭੇਦ ਸੀਗੇ ਕੱਪੜੇ ਦੇ, ਬਜਾਜੀ ਦੇ, ਕੋਈ ਵੀ ਬੰਦਾ ਇਦਾਂ ਕੈਮਰੇ ਅੱਗੇ ਆ ਕੇ ਨਹੀਂ ਬੋਲਦਾ। ਇਹਨਾਂ ਨੇ ਦੱਸਿਆ, ਮੈਂ ਰਿਪੀਟ ਕਰ ਦਿੰਦਾ ਤੁਹਾਨੂੰ, ਇੱਥੇ ਤੁਸੀਂ 75 ਰੁਪਏ ਦਾ ਕੰਬਲ ਲੈ ਜਾਓ, ਇੱਥੇ ਤੁਸੀਂ 99 ਰੁਪਏ ਦੀ ਪੈਂਟ ਸ਼ਰਟ ਲੈ ਜਾਓ, 150 ਰੁਪਏ ਦਾ ਕੁੜਤਾ ਪਜਾਮਾ ਲੈ ਜਾਓ, 180 ਰੁਪਏ ਦਾ ਸੂਟ ਲੈ ਜਾਓ, 450 ਰੁਪਏ ਦਾ ਕੋਟ ਪੈਂਟ ਲੈ ਜਾਓ, 500 ਰੁਪਏ ਦਾ ਲਹਿੰਗਾ ਲੈ ਜਾਓ। ਇਹ ਗੱਲਾਂ ਤੁਸੀਂ ਕਦੇ ਸੁਣੀਆਂ ਹੀ ਨਹੀਂ ਜੋ ਅਸੀਂ ਸਾਨੂੰ ਦੱਸ ਰਹੇ ਹੈਗੇ ਆ। ਇਹ ਅੱਜ ਨਹੀਂ, ਅੱਜ ਤੋਂ 1 ਮਹੀਨਾ ਪਹਿਲਾਂ ਵੀ ਵੀਡੀਓ ਪਾਈ ਸੀ ਤੇ ਬਹੁਤ ਹੀ ਜਿਹੜਾ ਕਿ 17 18 20 ਲੱਖ ਬੰਦਾ ਇਸ ਨੂੰ ਦੇਖ ਗਿਆ ਤੇ ਹਜ਼ਾਰਾਂ ਹੀ ਲੋਕ ਇੱਥੇ ਆ ਕੇ ਇੱਥੇ ਵਿਜ਼ਿਟ ਕੀਤਾ। ਬਹੁਤ ਸਾਰੇ ਲੋਕਾਂ ਨੇ ਫਾਇਦਾ ਲਿਆ। ਉਹ ਆਏ ਵੀ, ਉਹਨਾਂ ਨੇ ਸ਼ਾਪਿੰਗ ਵੀ ਕੀਤੀ, ਪੈਸੇ ਵੀ ਦੇ ਗਏ, ਪਰ ਉਹਨਾਂ ਨੂੰ ਫਿਰ ਵੀ ਵਿਸ਼ਵਾਸ ਨਹੀਂ ਹੋ ਰਿਹਾ ਸੀ ਵੀ ਅਸੀਂ ਇੰਨੇ ਘੱਟ ਰੇਟਾਂ ਤੇ ਕੱਪੜਾ ਲੈ ਕੇ ਆਏ ਆ। ਭਾਜੀ ਜਿਹੜੀ ਇਹਦੇ ਵਿੱਚ ਇਹ ਦੱਸੋ ਵੀ ਤੁਹਾਡੀ ਪਰਚੇਜਿੰਗ ਸਸਤੀ ਆ ਕਿ ਸਾਰਿਆਂ ਨੂੰ ਆਉਂਦਾ ਹੀ ਪਿੱਛੋਂ ਸਸਤਾ ਦਿੰਦੇ ਹੀ ਮਹਿੰਗਾ ਆ? ਵੀਰ ਜੀ ਸਭ ਨੂੰ ਅਗਰ ਮੈਂ ਕੱਲ ਦਾ ਜਵਾਕ ਆ ਜੀ, ਸਾਲ ਹੋਇਆ ਮੈਨੂੰ ਹਜੇ ਕੰਮ ਕਰਦੇ ਨੂੰ। ਜੇ ਮੈਂ ਸਸਤਾ ਲੈ ਸਕਦਾ, ਜਿਹੜੇ 50 ਸਾਲ ਤੋਂ ਬੈਠੇ ਨੇ, ਉਹਨਾਂ ਨੇ ਦਾਦਿਆਂ ਨੇ ਵੀ ਕੰਮ ਕੀਤਾ, ਉਹਨਾਂ ਦੇ ਫਾਦਰ ਸਾਹਿਬ ਨੇ ਵੀ ਕੀਤਾ, ਉਹ ਆਪ ਵੀ ਕਰ ਰਹੇ ਨੇ, ਉਹਨਾਂ ਨੂੰ ਤਾਂ ਮੇਰੇ ਤੋਂ ਵੀ ਸਸਤਾ ਮਿਲਦਾ ਹੋਊਗਾ। ਮੈਨੂੰ ਤਾਂ ਨੌਲੇਜ ਹੈ ਨਹੀਂ ਜੀ, ਮੈਂ ਤਾਂ ਜ਼ੀਰੋ ਇਸ ਚੀਜ਼ 'ਚ। ਮੈਨੂੰ ਤਾਂ ਜੋ ਚੀਜ਼ ਦਿਖਦੀ ਆ, ਮੈਂ ਫਾਇਦਾ ਲੱਗਦਾ ਮੈਂ ਚੱਕ ਲੈਣਾ। ਵੱਡੇ ਸ਼ੋਰੂਮ ਦਾ ਅਕਸਰ ਹੀ ਇਹ ਕਹਿੰਦੇ ਆ, ਮੈਂ ਵੱਖ-ਵੱਖ ਚੈਨਲਾਂ ਦੇ ਉਹਨਾਂ ਨੂੰ ਦੇਖਦਾ ਹੁੰਦਾ, ਉਹ ਕਹਿੰਦੇ ਆ ਵੀ ਸਾਡੇ ਮਿੱਲਾਂ ਨਾਲ ਹੱਥ ਭੜੇ ਆ, ਅਸੀਂ ਤਾਂ ਜੀ ਕੈਸ਼ ਪੈਸੇ ਸੱਟ ਕੇ ਪੈਸੇ ਲੈਂਦੇ ਆ, ਸਾਨੂੰ 7% ਹੋਰ ਮਾਫ ਹੋ ਜਾਂਦਾ, ਸਾਨੂੰ ਲੈਸ ਮਿਲ ਜਾਂਦੀ, ਇਸ ਕਰਕੇ ਅਸੀਂ ਘੱਟ ਵੇਚਦੇ ਆ। ਪਰ ਤੁਸੀਂ ਕਿੱਦਾਂ ਸਿਲਸਿਲਾ ਚਲਾਉਂਦੇ ਹੋ? ਤੇ ਤੁਸੀਂ ਇਦਾਂ ਵੀ ਕਹਿ ਨਹੀਂ ਸਕਦੇ ਵੀ ਤੁਸੀਂ ਬਾਬਿਆਂ ਦਾਦਿਆਂ ਦਾ ਬਿਜ਼ਨਸ ਹੈਗਾ, ਤੁਸੀਂ ਹੱਥੀਂ ਸ਼ੁਰੂ ਕੀਤਾ ਤੇ ਤੁਸੀਂ ਇਹ ਸਾਰਾ ਪੜਤਾ ਕਿਵੇਂ ਕਰ ਰਹੇ ਹੋ ਕਵਰ? ਵੀਰ ਜੀ ਜਿਹੜੇ ਮਿੱਲਾਂ ਵਾਲੇ ਨੇ 7% ਉਹ ਤਾਂ ਦੇਣਗੇ ਜੇ ਉਹਨਾਂ ਨੂੰ ਕੁਝ ਬਚਦਾ ਹੋਊ, ਠੀਕ ਹੈ ਜੀ। ਤੇ ਕਹਿਣ ਦੀਆਂ ਗੱਲਾਂ ਨੇ, ਮਿੱਲਾਂ ਵਾਲਿਆਂ ਦੇ ਵੀ ਪਰਿਵਾਰ ਨੇ, ਉਹਨਾਂ ਨੇ ਵੀ ਆਪਣੇ ਪਰਿਵਾਰ ਪਾਲਣੇ ਨੇ, ਸਭ ਨੂੰ ਮਿਲਦਾ ਹੀ ਸਸਤਾ। ਗਲਤ ਤਾਂ ਇਹ ਉਹ ਵੇਚਦੇ ਮਹਿੰਗਾ ਨੇ। ਤੁਸੀਂ ਇਹ ਗੱਲ ਕਹਿੰਦੇ ਨੇ ਅਸੀਂ ਮਿੱਲਾਂ ਸਿੱਧਾ ਲੈਂਦੇ ਆ, ਇਹ ਝੂਠ ਆ। ਸਭ ਤੋਂ ਬੜਾ ਝੂਠ ਇਹੀ ਆ ਬਜਾਜੀ 'ਚ ਜੀ। ਜਿੰਨੇ ਮਰਜ਼ੀ ਕਰਾਈ ਚਲੋ, ਮੇਰੇ ਤੋਂ ਸ਼ਾਮ ਤੱਕ ਬਹਿ ਕੇ ਜਿੰਨਾ ਮਰਜ਼ੀ ਬੁਲਾਈ ਚਲੋ, ਇਹ ਟੌਪਿਕ ਤਾਂ ਮੈਂ ਬੋਲੀ ਜਾਊਂਗਾ। ਇਹ ਸਭ ਤੋਂ ਬੜਾ ਝੂਠ ਆ ਜੀ। ਇੱਕ ਆਪਣੀ ਮੈਨੂਫੈਕਚਰਿੰਗ ਬਜਾਜੀ ਦੇ ਵਿੱਚ, ਇੱਕ ਅਸੀਂ ਸਿੱਧਾ ਮਿੱਲਾਂ ਤੋਂ ਲੈਂਦੇ ਆ। ਇਹ ਤੋਂ ਬੜਾ ਝੂਠ ਕੁਝ ਨਹੀਂ ਹੈਗਾ। ਜੇ ਤੁਸੀਂ ਸਸਤਾ ਲੈਂਦੇ ਹੋ, ਅਗਰ ਦੰਦਾ ਤੁਸੀਂ ਤਾਂ ਲੈਂਦੇ ਹੋ, ਵੇਚੋ ਵੀ ਸਸਤਾ, ਸਵਾਦ ਤਾਂ ਜੇ ਸਸਤਾ ਵੇਚੋਗੇ। ਉਹਦਾ ਕੀ ਫਾਇਦਾ ਸਸਤਾ ਲੈ ਕੇ ਮਹਿੰਗੇ? ਉਹ ਹਰੇਕ ਕਰ ਸਕਦਾ। ਉਹਦਾ ਰੇਹੜੀ ਵਾਲੇ ਨੂੰ ਬਿਠਾ ਦਿਓ, ਕਿਸੇ ਹੋਰ ਨੂੰ ਫੜ ਕੇ ਬਿਠਾਓ, ਜਿਹਨੂੰ ਨੌਲੇਜ ਉਹ ਵੀ ਵੇਚ ਲੂਗਾ। ਰਿਤੂ ਕਲੌਥ ਹਾਊਸ ਵੱਡਾ ਬ੍ਰਾਂਡ ਬਣ ਰਿਹਾ, ਤੁਸੀਂ ਗੱਲਾਂ ਕਹਿ ਰਹੇ ਹੋ, ਤੁਸੀਂ ਦੇ ਰਹੇ ਹੈਗੇ ਆ। ਆਉਣ ਵਾਲੇ ਦਿਨਾਂ ਦੇ ਵਿੱਚ ਇਹ ਹੋਰ ਉੱਪਰ ਜਾਣਾ ਆ। ਇਹ ਇੱਕ ਦਾ 2 ਸਟੋਰ ਵੀ ਬਣਨੇ ਆ। ਤੁਸੀਂ ਇਹ ਵਾਅਦਾ ਕਰਦੇ ਹੋ ਪੰਜਾਬ ਦੇ ਲੋਕਾਂ ਨਾਲ, ਜੋ ਅੱਜ ਦੇ ਰਹੇ ਹੋ ਉਹੀ ਕੱਲ ਦਊਂਗੇ? ਵੀ ਜੀ ਸਭ ਤੋਂ ਪਹਿਲੀ ਪ੍ਰਾਇੋਰਟੀ ਮੇਰੀ ਇਹੀ ਹੋਊਗੀ, ਜੋ ਮੈਂ ਤੁਹਾਨੂੰ ਕਹਿਤਾ ਉਹ ਦੰਦਾ ਰਹੂੰਗਾ। ਜਦ ਤੱਕ ਮੇਰੇ ਪ੍ਰਮਾਤਮਾ ਸਾਥ ਦਊਗਾ, ਮੈਂ ਉਹ ਚੀਜ਼ ਤੁਹਾਨੂੰ ਦਊਂਗਾ। ਤੁਸੀਂ ਐਲਾਨ ਕੀਤਾ ਸੀ ਵੀ ਜਿਨ੍ਹਾਂ ਦੇ ਘਰਾਂ ਵਿੱਚ ਵਿਆਹ ਸ਼ਾਦੀਆਂ ਆ, ਤੁਸੀਂ ਦਾਜ ਦੇ ਕੱਪੜੇ ਲਓ, ਲੱਖ ਰੁਪਏ ਵਾਲਾ ਤੁਹਾਨੂੰ 40-50 ਹਜ਼ਾਰ ਦੇ ਵਿੱਚ ਕੱਪੜਾ ਮਿਲ ਜਾਏਗਾ। ਕਿੰਨੇ ਕੁ ਲੋਕਾਂ ਨੂੰ ਦਾਜ ਦੇ ਕੱਪੜੇ ਦੇ ਕੇ ਭੇਜਿਆ ਤੇ ਕਿੰਨੇ ਕੁ ਫਾਇਦੇ ਹੋਏ ਆ, ਤੇ ਲੋਕਾਂ ਦੇ ਵਿਊਜ਼ ਕੀ ਸੀ ਤੁਹਾਡੇ ਪ੍ਰਤੀ? ਤੁਸੀਂ ਪਿਛਲੀ ਵੀਡੀਓ 'ਚ ਲੋਕਾਂ ਦੇ ਵਿਊ ਲੈ ਕੇ ਗਏ ਹੋ ਨਾ, ਮੈਂ ਨਹੀਂ ਸੀ ਬੋਲ ਰਿਹਾ, ਨਾ ਉਹ ਮੇਰੀ ਖਰੀਦੀ ਹੋਈ ਭੀੜ ਸੀਗੀ। ਉਹ ਜਿਹੜੇ ਖੁਸ਼ ਸੀ ਆਪਣੇ ਦਿਲ ਨਾਲ, ਜੋ ਗੱਲਾਂ ਕਹਿ ਰਹੇ ਸੀ ਉਹ ਲੋਕ ਸੀ, ਜੋ ਕਹਿ ਰਹੇ ਸੀ ਉਹ ਸੱਚ ਸੀ। ਤੁਹਾਡੇ ਸਾਹਮਣੇ ਤੁਸੀਂ ਆਪਣੀ ਅੱਖਾਂ ਨਾਲ ਦੇਖਿਆ। ਸਾਡਾ ਮਤਲਬ ਹੀ ਨਹੀਂ ਜੀ ਅਸੀਂ ਕਿਸੇ ਨੂੰ ਲੁੱਟ ਲਈਏ ਜੀ। ਅਸੀਂ ਇਮਾਨਦਾਰੀ ਰੱਖੀ ਆ ਆਪਣੀ ਦੁਕਾਨ ਦੇ ਵਿੱਚ। ਇਕੱਲੇ ਵਰਕਰ ਨੂੰ ਕਿਹਾ ਹੋਇਆ, ਹਾਂ ਕਿਸੇ ਵਰਕਰ ਤੋਂ ਗਲਤ ਰੇਟ ਦੱਸਿਆ ਵੀ ਜਾਂਦਾ ਤਾਂ ਕਾਊਂਟਰ ਤੇ ਚੀਜ਼ ਆਉਣੀ ਆ, ਉਹਦਾ ਰੇਟ ਜਦੋਂ ਸਹੀ ਹੋਣਾ। ਤੁਸੀਂ ਕਸਟਮਰਾਂ ਤੋਂ ਵੀ ਪੁੱਛ ਸਕਦੇ ਹੋ, ਕਈਆਂ ਨਾਲ ਹੋਇਆ ਇਦਾਂ, ਪਿੱਛੋਂ ਗਲਤ ਰੇਟ ਦੱਸ ਕੇ ਗਲਤ ਲੈ ਲੈਂਦਾ। ਦੁਨੀਆ ਤਾਂ ਮੈਂ ਪਹਿਲਾਂ ਹੀ ਬਹੁਤ ਭੋਲੀ ਹੈ ਜੀ, ਪਤਾ ਹੀ ਕਿਸੇ ਨੂੰ ਕੁਝ ਨਹੀਂ, ਬਜਾਜੀ ਦਾ ਕਿਸੇ ਨੂੰ ਕੁਝ ਨਹੀਂ ਪਤਾ। ਮੈਂ ਵੀ ਬਹੁਤ ਬੜਾ ਐਕਸਪਰਟ ਨਹੀਂ ਹਾਂ, ਮੈਂ ਬਾਰ-ਬਾਰ ਗੱਲ ਕਰ ਰਿਹਾ। ਪਰ ਅਗਰ ਗਲਤ ਰੇਟ ਦੱਸਿਆ ਵੀ ਗਿਆ ਮੂਰੇ, ਕਿ ਸਹੀ ਮੈਂ ਕਰਦਾ ਉਸ ਚੀਜ਼, ਕਿਉਂਕਿ ਕਾਊਂਟਰ ਤੇ ਮੈਂ ਬੈਠਾ। ਮੈਂ ਲੋਕੀ ਪੈਸੇ ਵੀ ਪੂਰੇ ਦੇਣ ਨੂੰ ਤਿਆਰ ਹੋ, ਤੁਸੀਂ ਵਾਪਸ ਕਰ ਦੇਣੇ ਵੀ ਆ ਸਾਡੇ ਤੋਂ ਵੱਧ ਲੱਗ ਗਏ ਸੀ। ਕਈ ਵਾਰ ਮੈਂ ਤੁਹਾਨੂੰ ਦੱਸਦਾ, ਰੇਟ ਘੱਟ ਵੱਧ ਤਾਂ ਅਸੀਂ ਕਰਦੇ ਨਹੀਂ, ਸਾਡਾ ਰੇਟ ਫਿਕਸ ਆ ਜੀ, ਠੀਕ
ਠੀਕ ਹੈ ਜੀ। ਕਈ ਵਾਰ ਲੇਡੀਜ਼ ਨੂੰ ਕੀ ਆਦਤ ਹੁੰਦੀ ਹੈ, ਅਗਲਾ ਕਹਿੰਦਾ ਫ੍ਰੀ ਕੁਝ ਕੀ ਦਿੰਦੇ ਹੋ ਤੁਸੀਂ, ਇੰਨੇ ਕੱਪੜਾ ਲੈ ਲਿਆ। ਮੈਂ ਇੱਕ ਗੱਲ ਸਭ ਤੋਂ ਵੱਡੀ ਕਹਿਣੀ ਚਾਹੁੰਦਾ ਬੀਬੀਆਂ ਨੂੰ ਨਾ, ਉਹ ਮੇਰੀਆਂ ਬੀਬੀਆਂ ਭੋਲੀਆਂ ਬਹੁਤ ਨੇ, ਉਹਨਾਂ ਨੂੰ ਗੱਲ ਕਹਿਣੀ ਚਾਹੁੰਦਾ ਵੀ ਬੀਬੀ ਫ੍ਰੀ ਤੈਨੂੰ ਮੈਂ ਕੁਝ ਨਹੀਂ ਦੇਣਾ। ਅਗਰ ਤੈਨੂੰ ਮੈਂ ਫ੍ਰੀ ਦਊਂਗਾ ਹਰੇਕ ਸੂਟ ਤੋਂ 10-20 ਰੁਪਏ ਲੈ ਕੇ ਉੱਪਰ ਤਾਂ ਤੈਨੂੰ ਫ੍ਰੀ ਦਊਂਗਾ। ਮੈਂ ਤੁਹਾਨੂੰ ਇਹੀ ਗੱਲ ਕਹਿਣਾ ਚਾਹੁੰਦਾ, ਜੇ ਤੁਸੀਂ ਟੈਚੀ ਲੈਣੀ ਆਪਣੀ ਮਨਪਸੰਦ ਦੀ ਲੈ ਲਓ, 150 ਹੋਰ ਪਾ ਕੇ। ਤੁਹਾਨੂੰ ਚੀਜ਼ ਤਾਂ ਪਸੰਦ ਦੀ ਮਿਲੂ, ਮੇਰੇ ਤੇ ਆਸ ਨਾ ਰੱਖੋ। ਮੈਂ ਨਹੀਂ ਫ੍ਰੀ ਦੇਣਾ, ਮੈਂ ਲੁੱਟਣਾ ਨਹੀਂ ਹੈਗਾ ਤੁਹਾਨੂੰ। ਮੈਂ 10-20 ਰੁਪਏ ਸੂਟ ਦੇ ਵਧਾ ਕੇ ਤੁਹਾਨੂੰ ਫ੍ਰੀ ਟੈਚੀ ਦੇ ਕੇ ਖੁਸ਼ ਨਹੀਂ ਕਰਨਾ। ਮੈਂ ਸੂਟਾਂ 'ਚੋਂ ਹੀ ਖੁਸ਼ ਕਰਨਾ, ਮੇਰਾ ਕੰਮ ਇਹ ਆ। ਮੈਂ ਟੈਚੀ ਨਾਲ ਹੀ ਨਵੀਂ ਵੈਰਾਈਟੀ ਨਹੀਂ ਰੱਖਣੀ, ਮੈਂ ਆਪਣੀ ਮੈਂ ਸੂਟ ਹੀ ਦਊਂਗਾ ਤੁਹਾਨੂੰ। ਜਿਹੜੇ ਨਵੇਂ ਤੁਹਾਡੇ ਨਾਲ ਲੋਕ ਜੁੜੇ ਆ ਜਾਂ ਜੋੜਨਾ ਚਾਹੁੰਦੇ ਹੋ, ਜਿਨੀ ਜਿਹੜੇ ਕਹਿੰਦੇ ਵੀ ਅਸੀਂ ਕੰਮ ਸ਼ੁਰੂ ਕਰਨਾ, ਸਾਨੂੰ ਵੀ ਬਹੁਤ ਫੋਨ ਕਾਲਸ ਆਏ। ਉਹ ਕਹਿੰਦੇ ਵੀ ਯਾਰ ਜਿਹੜੇ ਰਿਤੂ ਕਲੋਥ ਵਾਲੇ ਗੱਲ ਕਹਿ ਰਹੇ ਹੋ ਸੱਚੀ ਆ। ਅਸੀਂ ਕਿਹਾ ਬਿਲਕੁਲ ਸੱਚੇ, ਤੁਸੀਂ ਜਾ ਕੇ ਦੇਖ ਕੇ ਆਏ ਆ। ਉਹ ਕਹਿੰਦੇ ਜਿਹੜੇ ਅਸੀਂ ਹੋਲਸੇਲ ਨਾਲੋਂ ਚਾਹੇ ਲੁਧਿਆਣਾ ਲਾ ਲਓ, ਅੰਮ੍ਰਿਤਸਰ ਲਾ ਲਓ, ਦਿੱਲੀ ਲਾ ਲਓ, ਉੱਥੋਂ ਕੱਪੜੇ ਖਰੀਦਦੇ ਸੀਗੇ, ਉਦੋਂ ਘੱਟ ਤਾਂ ਉਹ ਰਿਟੇਲ ਦੇ ਵਿੱਚ ਦੇਈ ਜਾਂਦੇ ਆ ਵੀ ਸਾਨੂੰ ਕੋਈ ਫਰਕ ਹੋਊਗਾ। ਮੈਂ ਕਿਹਾ ਤੁਸੀਂ ਫੋਨ ਕਾਲ ਕਰ ਲਓ, ਤੁਸੀਂ ਇੱਕ ਜਾ ਕੇ ਮਿਲ ਲਓ। ਕਿੰਨੇ ਕਿ ਤੁਹਾਡੇ ਕੋਲ ਨਵੇਂ ਕੰਮ ਕਰਨ ਵਾਲੇ? ਜੀ ਮੇਰੇ ਕੋਲ ਆਏ ਬਹੁਤ ਨੇ। ਜੇ ਮੰਨ ਲਓ ਸਪੋਜ਼ ਕਰ ਲਓ ਮੇਰੇ ਕੋਲ 50 ਬੰਦਾ ਆਇਆ, ਮੈਂ 30 ਦੇ ਵਿੱਚ 30 ਬੰਦਿਆਂ ਨੂੰ ਕਿਹਾ ਵੀ ਭਾਈ ਸਾਹਿਬ ਤੁਸੀਂ ਕੰਮ ਕਰ ਸਕਦੇ ਹੋ, ਕਰ ਲਓ। ਮੈਂ 20 ਨੂੰ ਕਿਹਾ ਵੀ ਹਲੇ ਤੁਸੀਂ ਨੌਲੇਜ ਲਓ ਚੀਜ਼ ਦੀ, ਐਵੇਂ ਕਿਸੇ ਤੋਂ ਛਿੱਲੇ ਲਾ ਕੇ ਬਹਿ ਜਾਓਗੇ ਕੋਈ ਫਾਇਦਾ ਨਹੀਂ, ਤੁਹਾਡੀ ਕਮਾਈ ਕਰਨੀ ਬਹੁਤ ਔਖੀ ਹੈ। 20 ਬੰਦੇ ਜਿਹੜੇ ਆਏ ਤੁਸੀਂ ਉਹਨਾਂ ਨੂੰ ਕੱਪੜਾ ਨਹੀਂ ਦਿੱਤਾ? ਮੈਂ ਨਹੀਂ ਦਿੱਤਾ, ਮੈਂ ਜਵਾਬ ਦਿੱਤਾ। ਮੈਂ ਕਿਹਾ ਜੀ ਹਲੇ ਤੁਸੀਂ ਕੰਮ ਭਾਈ ਤੁਹਾਡੇ ਦਾ ਉਹ ਕਸਟਮਰ ਸੀ, ਤੁਹਾਨੂੰ ਉਹ 5-7 ਲੱਖ ਨਹੀਂ ਬਟਾ ਕੇ ਜਾਣਾ ਸੀ? ਵੀਰੇ ਮੈਨੂੰ ਕੋਈ ਲਾਲਚ ਹੈ ਹੀ ਨਹੀਂ। ਮੈਂ ਕਹਿੰਦਾ ਵੀ ਬੰਦੇ ਦਾ ਕਿਸੇ ਦਾ ਨੁਕਸਾਨ ਵੀ ਨਾ ਹੋਵੇ। ਅਗਲੇ ਕਿਸੇ ਨੇ ਕੰਮ ਕਰਨਾ, ਸਭ ਤੋਂ ਪਹਿਲੀ ਜ਼ਰੂਰੀ ਹੈ ਨੌਲੇਜ। ਬਿਨਾਂ ਨੌਲੇਜ ਤੋਂ ਤੁਸੀਂ ਕੀ ਕਰ ਲਓਗੇ? ਹੁਣ ਰਸੋਈ ਦੇ ਵਿੱਚ ਤੁਸੀਂ ਕੋਈ ਚੀਜ਼ ਸਮਾਨ ਬਣਾਉਣ ਲੱਗ ਗਏ, ਤੁਹਾਨੂੰ ਪਤਾ ਹੀ ਨਹੀਂ ਨੂਣ ਆ ਕਿ ਚੀਨੀ ਆ, ਤੁਸੀਂ ਵਿੱਚ ਪਾ ਦੋ, ਮਿਕਸ ਹੋ ਜਾਣਾ ਕੰਮ। ਉਹ ਤਾਂ ਨਾ ਸਵਾਦ, ਖਾਣਾ ਨਹੀਂ ਸਵਾਦ ਹੋਣਾ, ਨਾ ਤੁਹਾਨੂੰ ਬਚੇ ਹੀ ਕੁਛ ਨਾ। ਤੁਸੀਂ ਪਹਿਲਾਂ ਕਸਟਮਰ ਦੇਖੋ, ਤੁਹਾਡੇ ਕਸਟਮਰ ਕਿੱਦਾਂ ਦਾ, ਉਹ ਕਿੱਦਾਂ ਦੀ ਚੀਜ਼ ਮੰਗਦਾ, ਫਿਰ ਉਹਦੀ ਸਟੱਡੀ ਕਰਕੇ, ਚਾਹੇ ਮਹੀਨਾ ਲੱਗ ਜਾਵੇ, 2 ਮਹੀਨੇ, ਸਾਲ ਲੱਗ ਜਾਵੇ, ਸਟੱਡੀ ਕਰੋ, ਫਿਰ ਪੈਸੇ ਲਾਓ। ਬਾਕੀ ਇਹ ਵੀ ਇੱਕ ਬਹੁਤ ਵੱਡੀ ਗੱਲ ਆ ਐਜ਼ ਏ ਦੁਕਾਨਦਾਰ, ਜਦੋਂ ਤੁਹਾਡੇ ਕੋਲ 50 ਕਸਟਮਰ ਆਉਣੇ, ਉਹਨਾਂ ਨੂੰ ਤੁਸੀਂ ਠੋਕ ਕੇ ਕਹਿਣਾ 20 ਬੰਦਿਆਂ ਨੂੰ ਵੀ ਤੂੰ ਕੰਮ ਕਰਨ ਯੋਗ ਹੈ ਨਹੀਂ, ਅਜੇ ਟਰਾਇਲ ਲੈ ਲਾ, ਅਜੇ ਸਿੱਖ ਲਾ। 20 ਕਸਟਮਰ ਇਹ ਕਹਿੰਦੇ ਅਸੀਂ ਆਪਣੀ ਮਰਜ਼ੀ ਨਾਲ ਮੋੜ ਦਿੱਤੇ ਆ ਵੀ ਤੁਸੀਂ ਇਦਾਂ ਨਾ ਕਰੋ। ਜੇ ਕੋਈ ਹੋਰ ਦੁਕਾਨਦਾਰ ਹੁੰਦਾ ਉਹਨੇ ਕਹਿਣਾ ਹਾਂਜੀ ਤੁਸੀਂ ਕਰ ਸਕਦੇ ਆ ਜੀ, ਤੁਹਾਨੂੰ ਅਸੀਂ ਸਮੇਂ-ਸਮੇਂ ਤੇ ਜਾਣਕਾਰੀ ਦੇਵਾਂਗੇ, ਤੁਹਾਡੇ ਵਿਜ਼ਿਟ ਵੀ ਕਰਾਂਗੇ, ਸਾਰਾ ਕੁਝ ਨਹੀਂ ਦੇਣਾ ਸੀ। ਪਰ ਉਹਨਾਂ ਨੂੰ ਪੈਸੇ 5-7 ਲੱਖ ਰੁਪਇਆ ਲੈ ਕੇ ਉਹਨਾਂ ਨੂੰ ਕੱਪੜੇ ਜ਼ਰੂਰ ਦੇ ਦੇਣੇ ਸੀ। ਪਰ ਇਹਨਾਂ ਦੀ ਇਹ ਵੀ ਦਰਿਆ ਦਿਲੀ ਆ, ਨਵਾਂ ਕੰਮ ਸ਼ੁਰੂ ਕਰਨਾ। ਐਗਜ਼ਾਮਪਲ ਜੇ 50 ਬੰਦੇ ਆਏ ਤੇ 30 ਨੂੰ ਨਵੇਂ ਕੰਮ ਸ਼ੁਰੂ ਕਰਵਾਏ ਵੀ ਆ, ਜਿਹੜੇ 20 ਸੀਗੇ ਉਹਨਾਂ ਨੂੰ ਵਾਪਸ ਮੋੜ ਦਿੱਤਾ ਵੀ ਤੁਸੀਂ ਅਜੇ ਇੱਥੇ ਸਟੱਡੀ ਕਰ ਲਓ, 2 ਮਹੀਨੇ ਅੱਟ ਕੇ ਭਾਵੇਂ ਸ਼ੁਰੂ ਕਰ ਲਿਓ, ਉਸ ਤੋਂ ਬਾਅਦ ਤੁਹਾਨੂੰ ਅਸੀਂ ਕੱਪੜੇ ਵੀ ਦੇ ਦਿਆਂਗੇ। ਇਹ ਵੀ ਇੱਕ ਬਹੁਤ ਵੱਡੀ ਇੱਥੇ ਇਹਨਾਂ ਵੱਲੋਂ ਪਾਰਦਰਸ਼ੀ ਦਿਖਾਈ ਗਈ ਹੈਗੀ ਆ। ਭਾਜੀ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਗਰਮ ਸੂਟ ਵੀ ਹੈਗੇ ਆ, ਵੈਡਿੰਗ ਸੂਟ ਵੀ ਹੈਗੇ ਆ, ਸਸਤੇ ਸੂਟ ਤਾਂ ਆਪਣੇ ਕੋਲ ਹੈਗੇ ਆ, ਇਦੋਂ ਹੈਵੀ ਰੇਂਜ ਵੀ ਕਿਹੜੀ ਮੈਂ ਕਿਹੜੀ ਆ? ਉਹ ਵੀ ਦਿਖਾਊਂਗਾ ਵੀ ਜੀ। ਮੈਂ ਇੱਕ ਸੂਟ ਦਿਖਾਣਾ ਭੁੱਲ ਗਿਆ ਜੀ ਤੁਹਾਨੂੰ, ਜਿਹੜਾ ਆਪਾਂ ਵੀਡੀਓ ਦੇ ਵਿੱਚ ਪਿਛਲੀ ਵੀਡੀਓ 'ਚ ਪਾਇਆ ਸੀ ਤਾਂ 650 ਰੁਪਏ, ਲੇਕਿਨ ਉਹਦਾ ਦੂਸਰੇ ਦਿਨ ਰੇਟ ਘਟ ਗਿਆ। ਮੈਂ ਸੇਲ ਇਹਦਾ 600 ਰੁਪਏ ਦਾ ਕੀਤਾ। ਲੋਕ ਮੇਰੇ ਕੋਲ 650 ਦਾ ਲੈਣ ਆ ਗਏ ਸੀਗੇ, ਲੇਕਿਨ ਮੈਂ ਵੇਚਿਆ 600 ਰੁਪਏ ਤੁਸੀਂ ਤਾਂ 650 ਕਹੀ, 650 ਵੀ ਲੋਕਾਂ ਦਾ ਲੈ ਜਾਣਾ ਸੀ, ਲੈ ਜਾਣਾ ਸੀਗਾ, ਪਰ ਮੇਰੇ ਤੋਂ ਪਿੱਛੋਂ ਰੇਟ ਘਟ ਗਿਆ। ਮੈਂ ਕਿਸੇ ਨੂੰ, ਮੈਂ ਪਹਿਲੇ ਦਿਨ ਤੋਂ ਕਿਹਾ ਵੀਰੇ ਇਮਾਨਦਾਰੀ ਰੱਖਣੀ, ਲੁੱਟਣਾ ਨਹੀਂ ਹੈਗਾ। ਇਮਾਨਦਾਰੀ ਰੱਖਣੀ, ਕਮਾਉਣਾ ਵੀ ਆ ਔਰ ਸਭ ਦਾ ਸਾਥ ਵੀ ਦੇਣਾ, ਠੀਕ ਹੈ ਜੀ। ਇਹਦਾ ਰੇਟ ਹੁਣ ਸਿਰਫ ਭਾਜੀ ਵੈਸੇ ਹੀ 1500-1400 ਦਾ ਵਿਕਦਾ, 650 ਤੁਸੀਂ ਦੇ ਦਿੰਦੇ ਤਾਂ ਵੀ ਤਾਂ ਇਹ ਬਹੁਤ ਵੱਡਾ ਇੱਕ ਫਾਇਦਾ ਸੀ ਜੀ। ਲੋਕਾਂ ਹੋਰ ਘਟ ਗਿਆ, ਮੈਂ ਤਾਂ ਹੋਰ ਘਟਾਤਾ। ਮੈਂ 600 ਦਾ ਵੇਚਿਆ ਪਿਛਲੀ ਵਾਰ, ਹੁਣ ਮੈਂ ਸਿਰਫ ਇਹਦਾ ਰੇਟ ਇਹਦੇ ਵਿੱਚ ਕਲਰ ਵਗੈਰਾ ਸਾਰੇ ਹੈਗੇ ਆ ਜੀ। ਕਲਰ ਚਾਰਟ ਇਹਦਾ ਚੇਂਜ ਹੁੰਦਾ ਰਹਿੰਦਾ, ਕਈ ਵਾਰ ਲਾਈਟ ਚਾਰਟ ਆ ਜਾਂਦਾ, ਕਈ ਵਾਰ ਡਾਰਕ ਚਾਰਟ ਆ ਜਾਂਦਾ, ਠੀਕ ਹੈ ਜੀ। ਮਾਲ ਅਵੇਲੇਬਲ ਹੋਏਗਾ। ਰੇਟ ਸਿਰਫ ਰਹਿ ਗਿਆ ਇਹਦਾ 500 ਰੁਪਏ ਜੀ। ਆ ਲਓ ਜੀ, ਆ ਲਹਿੰਗਾ ਸੂਟ ਆ ਨਾਲ ਇਹਦੇ ਦੁਪੱਟਾ। ਹੁਣ ਅਸੀਂ 500 ਰੁਪਏ ਸੇਲ ਕਰਾਂਗੇ ਸੂਟ। ਭਾਜੀ ਪਹਿਲਾਂ ਤੁਸੀਂ 650 ਕਿਹਾ, ਫਿਰ 600, ਹੁਣ 100 ਹੋਰ ਘਟ ਗਿਆ। 100 ਰੁਪਏ ਦਾ ਜਿੰਨਾ ਘਟੀ ਜਾਊਗਾ ਮੈਂ ਘਟਾਊਂਗਾ। ਮੈਂ ਬਾਰ-ਬਾਰ ਕਹਿ ਰਿਹਾ, ਅਸੀਂ ਇਮਾਨਦਾਰੀ ਨਾਲ ਚੱਲ ਰਹੇ ਹਾਂ। ਜੇ ਹੋਰ ਮੈਨੂੰ ਇਹਦੇ ਵਿੱਚ 400 ਦਾ ਵੀ ਮਿਲਿਆ, 400 ਦਾ ਵੀ ਵੇਚੂ ਅੱਜ ਦੀ ਡੇਟ 'ਚ, ਲੇਕਿਨ ਮੈਨੂੰ 500 ਰੁਪਏ ਦਾ ਪੜਤੇ 'ਚ ਪੈ ਰਿਹਾ। ਮੈਂ 500 ਦਾ ਵੇਚ ਰਿਹਾ। ਤੁਸੀਂ ਕੋਟ ਪੈਂਟ ਵੀ 450 ਦੇ ਰਹੇ ਹੋ ਵੀਰੇ, ਉਸ ਤੋਂ ਸਸਤਾ ਵੀ ਦੇ ਸਕਦਾ, ਪਰ ਮੈਂ ਦੂਜੇ ਪਾਸੇ ਦੇਖਦਾ ਸਿਲਾਈ ਆ। ਸਸਤਾ ਦੇਣ ਨੂੰ ਤੁਹਾਨੂੰ ਮੈਂ 200 ਦੇ ਦੂੰ, 250 ਦੇ ਦੂੰ, 150 ਦੇ ਦੂੰ, ਲੇਕਿਨ ਨਾ, ਜੋ ਚੀਜ਼ ਜਾਇਜ਼ ਆ ਜਾਇਜ਼ ਆ। ਹੁਣ ਆਪਾਂ ਕੁੜਤੇ ਪਜਾਮੇ ਦੀ ਐਗਜ਼ਾਮਪਲ ਲੈਂਦੇ ਆ, 25 ਰੁਪਏ ਮੀਟਰ ਸੈਂਚਰੀ ਆਉਂਦੀ ਆ ਜੀ। ਜੋ ਆਪਾਂ ਕਿਸੇ ਨੂੰ ਦਾਨ ਕਰਨੀ ਹੁੰਦੀ ਉਦੋਂ 1.25 ਮੀਟਰ ਜਾਂ 1.5 ਮੀਟਰ ਲੈਂਦੇ ਆ, ਉਹ ਚੀਜ਼ ਆਉਂਦੀ ਆ ਜੀ। ਮੈਂ 30 ਰੁਪਏ ਮੀਟਰ ਦੇ ਰਿਹਾ ਕੁੜਤਾ ਪਜਾਮਾ, ਮੈਨੂੰ ਬਚ ਵੀ ਰਿਹਾ ਉਹਦੇ ਵਿੱਚੋਂ। ਮੈਂ ਨਹੀਂ ਕਹਿ ਰਿਹਾ ਬਿਨਾਂ ਕਮਾਈ ਤੋਂ ਮੈਂ ਦੇ ਰਿਹਾ। ਮੈਂ ਸਵਾਲ ਇਹ ਕਰਦਾ ਵੀ ਤੁਸੀਂ ਵੀ ਦੇ ਸਕਦੇ ਸੀਗੇ। ਸਾਰਿਆਂ ਨੂੰ ਕਹਿ ਰਿਹਾ ਮੈਂ ਵੀ ਤੁਸੀਂ ਦੋ, ਜਾਂ ਮੈਂ ਵੇਚ ਰਿਹਾ, ਮੈਂ ਸਾਲ ਹੋਇਆ ਮੈਨੂੰ ਕੰਮ ਕਰਦੇ ਨੂੰ। ਜਿਹੜੇ ਲੋਕਾਂ ਨੂੰ ਬਹੁਤ ਪੁਰਾਣੇ ਬੈਠੇ ਨੇ ਉਹ ਵੀ ਦੇ ਸਕਦੇ ਨੇ। ਪਰ ਜਿਹੜਾ ਤੁਸੀਂ ਦਿਖਾਇਆ ਸੀ ਕੱਪੜਾ, ਉਹ ਬੰਦਾ ਵਧੀਆ ਉਹਨੂੰ ਸਮਾ ਕੇ ਪਾ ਵੀ ਸਕਦਾ, ਉਹਦੀ ਵੈਰਾਈਟੀ ਵੀ ਵਧੀਆ ਸੀ ਵੀਰੇ। ਜਿਹਦੇ ਲਈ 150 ਰੁਪਏ ਦਾ ਕੁੜਤਾ ਪਾਵਾਂ ਵਰਦਾਨ ਆ ਲੋਕਾਂ ਲਈ, ਜਿਨ੍ਹਾਂ ਨੇ ਪਾਣਾ, ਜਿਨ੍ਹਾਂ ਦੀ ਜੇਬ ਦੀ ਦਿਹਾੜੀ ਵਿਚਾਰਿਆਂ ਦੀ 100-200 ਰੁਪਏ, ਉਹਨਾਂ ਨੂੰ 150 ਰੁਪਏ ਦਾ ਕੁੜਤਾ ਪਾਵਾਂ ਬਹੁਤ ਵਧੀਆ ਲੱਗਦਾ। ਜਿਹਨੇ ਪੌਣੀ ਰਮਾਨੀ ਦੀ ਸ਼ਰਟ ਆ, ਉਹਦੇ ਲਈ ਮੇਰੇ ਕੋਲ ਜਿਹੋ ਜਿਹੀ ਮਰਜ਼ੀ ਵੈਰਾਈਟੀ ਲੈ ਲਓ। ਮੇਰੇ ਕੋਲ 150, ਇਹ ਨਹੀਂ ਹੈਗਾ ਮੇਰੇ ਕੋਲ 150 ਦੇ ਸਾਰੇ ਕੁੜਤੇ ਪਜਾਮੇ ਨੇ। ਮੇਰੇ ਕੋਲ 200 ਦਾ, 250 ਦਾ, 500 ਦਾ, ਜਿਹੋ ਜਿਹਾ ਮਰਜ਼ੀ ਲਓ, ਸਾਰੀ ਵੈਰਾਈਟੀ ਅਵੇਲੇਬਲ ਆ ਸਾਡੇ ਕੋਲ, ਕੋਈ ਦਿੱਕਤ ਨਹੀਂ ਹੈ। ਸੋ ਵਾਕਈ ਤੁਸੀਂ ਦੇਖ ਲਿਆ ਵੀ ਪਹਿਲਾਂ ਆਪਾਂ ਦੁਕਾਨ ਤੇ ਵੀ ਗਏ ਸੀ, ਉੱਥੇ ਲੋਕਾਂ ਨਾਲ ਵੀ ਗੱਲਬਾਤ ਕੀਤੀ, ਉਹ ਵੀ ਇਹਨਾਂ ਦੀ ਕਾਫੀ ਸਰਾਹਨਾ ਕਰ ਰਹੇ ਹੈਗੇ ਆ। ਉੱਥੇ ਵੀ ਸਟਾਕ ਦੇਖਿਆ। ਉਸ ਤੋਂ ਬਾਅਦ ਜਦੋਂ ਅਸੀਂ ਇਹਨਾਂ ਨੂੰ ਕਿਹਾ ਵੀ ਸਾਡੇ ਕੋਲ ਸਟਾਕ ਹੈਗਾ, ਤੇ ਇੱਥੇ ਗਰਾਊਂਡ ਵਿੱਚ ਵੀ ਲੈ ਕੇ ਆਇਆ, ਜਿਹੜਾ ਕਿ ਇਹਨਾਂ ਦੇ ਘਰ ਦੇ ਵਿੱਚ ਕਾਫੀ ਧਾਕਾਂ ਲੱਗੀਆਂ। ਬਾਹਰ ਵੀ ਜਿਹੜੇ ਤੁਸੀਂ ਦੇਖ ਸਕਦੇ ਬੋਰੇ ਡੇਲੀ ਸਮਾਨ ਆ ਰਿਹਾ, ਡੇਲੀ ਇਹਨਾਂ ਦੀ ਸੇਲ ਹੋ ਰਹੀ ਹੈ, ਤੇ ਲੋਕ ਕਾਫੀ ਦੂਰੋਂ ਆ ਕੇ ਫਾਇਦਾ ਲੈ ਰਹੇ ਹੈਗੇ ਆ।
ਤੁਹਾਡਾ ਕੋਈ ਵੀ ਸਵਾਲ ਹੈਗਾ, ਕੋਈ ਕੁਐਰੀ ਹੈਗੀ ਆ, ਮੈਂ ਬਾਰ-ਬਾਰ ਕਹਿੰਦਾ ਉਹਨਾਂ ਨੂੰ ਲੁੱਟ ਤੋਂ ਬਚੋ, ਛਿੱਲ ਹੋਣ ਤੋਂ ਬਚੋ। ਜਿਹੜੇ ਚੰਗੇ ਦੁਕਾਨਦਾਰ ਹੈਗੇ ਆ ਤੁਹਾਡਾ ਫਾਇਦਾ ਕਰਦੇ ਆ, ਉਹਨਾਂ ਕੋਲ ਆ ਕੇ ਤੁਸੀਂ ਸ਼ਾਪਿੰਗ ਕਰੋ। ਇਹ ਗੱਲਾਂ ਜਿਹੜੇ ਰੇਟ ਦੱਸ ਰਹੇ ਆ 75 ਰੁਪਏ 99 ਰੁਪਏ, ਗੱਲਾਂ ਬਹੁਤ ਹੀ ਸੁਣਨ ਵਿੱਚ ਹੈਰਾਨ ਕਰ ਰਹੀਆਂ ਆ। ਕਈ ਲੋਕ ਤਾਂ ਯਕੀਨ ਨਹੀਂ ਕਰਦੇ, ਪਰ ਇਹ ਸੱਚਾਈ ਆ। ਜੋ ਰਿਤੂ ਕਲੌਥ ਹਾਊਸ ਨੇ ਪਹਿਲਾਂ ਐਲਾਨ ਕੀਤਾ ਸੀ ਉਸ ਰੇਟ ਤੇ ਇਹਨਾਂ ਨੇ ਦਿੱਤੇ ਵੀ ਹੈਗੇ ਆ। ਤੁਸੀਂ ਵੀ ਇੱਥੇ ਆ ਕੇ ਬਿਲਕੁਲ ਆਪਣਾ ਫਾਇਦਾ ਲੈ ਸਕਦੇ ਆ। ਸਕਰੀਨ ਤੇ ਨੰਬਰ ਆ ਰਿਹਾ, ਇਹਨਾਂ ਦਾ WhatsApp ਨੰਬਰ ਵੀ ਹੈਗਾ, ਤੁਸੀਂ ਕੋਈ ਵੀ ਜਾਣਕਾਰੀ ਲੈਣੀ ਚਾਹੁੰਦੇ ਹੋ ਤੇ ਇਹਨਾਂ ਨੂੰ ਫੋਨ ਕਰ ਸਕਦੇ ਆ। ਕੈਮਰਾਮੈਨ ਪਵਨ ਦੇ ਨਾਲ ਹਰਦੀਪ ਸਿੰਘ ਤੱਗੜ, ਸਾਂਝ ਟੀਵੀ ਸਮਰਾਲਾ।